ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੇ ਕੁਝ ਮੁੱਦੇ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਉਹ ਗੱਲਾਂ ਜਿਹੜੀਆਂ ਕੈਨੇਡਾ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਰਹੀਆਂ ਜਾਂ ਅੰਤਰਰਾਸ਼ਟਰੀ ਪੱਧਰ ਉੱਤੇ ਜਿਨ੍ਹਾਂ ਦੇ ਬਾਰੇ ਗੱਲਬਾਤ ਹੁੰਦੀ ਰਹੀ ਹੈ। ਯੂਕਰੇਨ ਰੂਸ ਦਾ ਵਿਵਾਦ ਰੋਜ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਗੱਲਬਾਤ ਹਜੇ ਖਤਮ ਹੁੰਦੀ ਨਹੀਂ ਨਜ਼ਰ ਆ ਰਹੀ ਤੇ ਇਹਦਾ ਅਸਰ ਸਾਡੇ ਉੱਤੇ ਪੈਣਾ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਅੱਜ ਵੈਨਕੂਵਰ ਦੇ ਵਿੱਚ ਗੈਸ ਪ੍ਰਾਈਸ ਜਿਹੜੀ ਆ 45 ਸੈਂਟ ਜ਼ਿਆਦਾ ਆ ਜੇਕਰ ਇਹਨੂੰ ਵਿਨੀਪੈਗ ਦੇ ਨਾਲ ਕੰਪੇਅਰ ਕੀਤਾ ਜਾਵੇ। ਪੁਰਾਣੇ ਰਿਕਾਰਡ ਟੁੱਟ ਰਹੇ ਆ ਕਿਉਂਕਿ ਕਰੂਡ ਆਇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ। ਬਹੁਤੀ ਵੱਡੀ ਗੱਲ BC ਦੇ ਵਿੱਚ ਟੈਕਸ ਵੀ ਇਹਦੀ ਕੀਮਤ ਦੇ ਵਿੱਚ ਵਾਧੇ ਦਾ ਕਾਰਨ ਦੱਸਿਆ ਜਾ ਰਿਹਾ। ਅਜੇ ਜਿਹੜਾ ਕਾਰਬਨ ਟੈਕਸ ਆ ਉਹ ਅਜੇ ਆਉਣਾ ਆ ਤੇ ਉਹਦੇ ਨਾਲ ਦੱਸਦੇ ਆ ਕਿ ਗੈਸ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋਣਾ। ਕੁਝ ਥਾਵਾਂ ਦੇ ਉੱਤੇ 1.949 ਦੀ 1 ਲੀਟਰ ਗੈਸ ਅੱਜ ਵੀਰਵਾਰ ਸਵੇਰੇ ਵੈਨਕੂਵਰ ਦੇ ਨੇੜੇ ਤੇੜੇ ਪੰਪਾਂ ਦੇ ਉੱਤੇ ਗੈਸ ਸਟੇਸ਼ਨਾਂ ਦੇ ਉੱਤੇ ਦੇਖੀ ਗਈ ਹੈ। ਰਸ਼ੀਆ ਯੂਕਰੇਨ ਦੇ ਵਿੱਚ ਦਾਖਲ ਹੋ ਚੁੱਕਿਆ। ਲਗਾਤਾਰ ਕਰੂਡ ਆਇਲ ਦੀ ਕੀਮਤ ਦੇ ਵਿੱਚ ਵਾਧਾ ਹੋ ਰਿਹਾ। ਸਾਰੇ ਕੁਛ ਦੇ ਨਾਲ ਇੱਧਰਲੇ ਪਾਸੇ ਵੈਸਟ ਕੋਸਟ ਦੇ ਉੱਤੇ ਵੱਡਾ ਅਸਰ ਪੈ ਰਿਹਾ ਕਿਉਂਕਿ ਜਿਹੜੀ ਸਪਲਾਈ ਆ ਉਹਦੇ ਉੱਤੇ ਲਗਾਤਾਰ ਪਹਿਲਾਂ ਵੀ ਜਿੱਦਾਂ ਜ਼ਿਕਰ ਕੀਤਾ ਕਿ ਫਰਕ ਪਿਆ ਆ ਤੇ ਜੇਕਰ ਇਹਨੂੰ BC ਦੇ ਬਾਕੀ ਰੀਜਨਸ ਦੇ ਨਾਲ ਕੰਪੇਅਰ ਕਰੀਏ ਤਾਂ ਇੱਥੇ ਜਿਹੜਾ 18.5 ਸੈਂਟ ਜਿਹੜਾ ਪਰ ਲੀਟਰ ਜ਼ਿਆਦਾ ਵੈਨਕੂਵਰ ਦੇ ਆਲੇ ਦੁਆਲੇ ਗੈਸ ਦੀਆਂ ਕੀਮਤਾਂ ਦੱਸੀਆਂ ਜਾ ਰਹੀਆਂ ਆ, ਜਿਹੜੀਆਂ ਕਿ ਵਾਧੂ ਜਾ ਰਹੀਆਂ ਟਰਾਂਸਲਿੰਕ ਨੂੰ ਲੋਕਲ ਟਰਾਂਜ਼ਿਟ ਨੂੰ ਪੇ ਕਰਨ ਦੇ ਲਈ। ਬਹੁਤ ਸਾਰੇ ਲੋਕਾਂ ਨੇ BC ਸਰਕਾਰ ਨੂੰ ਕਿਹਾ ਕਿ ਗੈਸ ਦੇ ਉੱਤੇ ਕੋਈ ਕੈਪ ਲਾਇਆ ਜਾਵੇ। ਬਿਲਕੁਲ ਉਸੇ ਤਰ੍ਹਾਂ ਦਾ ਐਕਸ਼ਨ ਜਿੱਦਾਂ ਦਾ BC ਦੇ ਵਿੱਚ ਫਲੱਡਸ ਦੇ ਸਮੇਂ ਦੇ ਵਿੱਚ ਜਿਹੜਾ ਲਾਇਆ ਗਿਆ ਸੀ ਉਸ ਤਰੀਕੇ ਨਾਲ ਕੁਛ ਨਾ ਕੁਛ ਇਹਦਾ ਕੀਤਾ ਜਾਵੇ। ਕਾਰਬਨ ਟੈਕਸ ਜਿਹੜਾ ਫੈਡਰਲੀ ਇੰਪੋਜ਼ਡ ਹੈਗਾ ਆ ਉਹ ਵੀ ਇਸ ਸਾਲ ਦੇ ਵਿੱਚ ਲੱਗ ਜਾਣਾ ਆ ਤੇ ਉਹਦੇ ਨਾਲ ਹੋਰ ਜਿਹੜੇ 16 ਸੈਂਟ ਹੋਰ ਗੈਸ ਦੀ ਕੀਮਤ ਵੱਧ ਜਾਣੀ ਹੈ। ਸੋ ਇਹ ਲਗਾਤਾਰ ਗੈਸ ਦੇ ਉੱਤੇ ਪੈ ਰਿਹਾ ਪ੍ਰਭਾਵ। ਕੈਨੇਡਾ ਯੂਕਰੇਨ ਦੇ ਨਾਲ ਜਿਹੜਾ ਰੂਸ ਦੇ ਉੱਤੇ ਪਾਬੰਦੀਆਂ ਲਾ ਰਿਹਾ ਹੈ। ਬਹੁਤ ਸਾਰੇ ਕੈਨੇਡੀਅਨ ਯੂਕਰੇਨ ਦੇ ਹੱਕ ਵਿੱਚ ਆ। ਉਹ ਚਾਹੁੰਦੇ ਆ ਕਿ ਕੁਛ ਨਾ ਕੁਛ ਹੋਰ ਕੀਤਾ ਜਾਵੇ ਜਿਹਦੇ ਨਾਲ ਰੂਸ ਉੱਥੇ ਰੁਕ ਜਾਵੇ, ਅੱਗੇ ਨਾ ਵਧੇ ਤੇ ਯੂਕਰੇਨ ਦੀ ਮਦਦ ਹੋ ਸਕੇ। ਡਿਪਟੀ ਪ੍ਰਾਈਮ ਮਿਨਿਸਟਰ ਤੇ ਮਿਨਿਸਟਰ ਆਫ ਫਾਈਨੈਂਸ ਕ੍ਰਿਸਟੀਆ ਫਰੀਲੈਂਡ ਨੇ ਅੱਜ ਵੀਰਵਾਰ ਸਵੇਰੇ ਅਨਾਊਂਸਮੈਂਟ ਕੀਤੀ ਆ ਕਿ ਉਹਨਾਂ ਨੇ ਰਸ਼ੀਆ ਦਾ ਜਿਹੜਾ ਮੋਸਟ ਫੇਵਰਡ ਨੇਸ਼ਨ ਦਾ ਸਟੇਟਸ ਸੀ ਉਹ ਵੀ ਰਿਵੋਕ ਕਰ ਦਿੱਤਾ। ਉਹਨੂੰ ਉਹਦੇ ਉੱਤੋਂ ਉਸ ਲਿਸਟ ਦੇ ਵਿੱਚੋਂ ਪਿੱਛੇ ਹਟਾ ਦਿੱਤਾ। ਇਹਦਾ ਮਤਲਬ ਕੀ ਆ ਕਿ ਹੁਣ ਦੇਸ਼ ਹੋਰ ਜ਼ਿਆਦਾ ਕੋਈ ਵੀ ਜਿਹੜਾ ਕੈਨੇਡਾ ਦੇ ਨਾਲ ਡੀਲ ਕਰਨ ਵੇਲੇ ਘੱਟ ਰੇਟ ਭਾਵ ਲੋ ਟੈਰਿਫ ਦੇ ਉੱਤੇ ਡੀਲ ਨਹੀਂ ਕਰ ਸਕਦਾ। ਇਹ ਇੱਕ ਇਤਿਹਾਸਕ ਕਦਮ ਦੱਸਿਆ ਜਾ ਰਿਹਾ। ਰੂਸ, ਰਸ਼ੀਆ ਤੇ ਬੈਲਾਰੂਸ ਉਹ ਹੁਣ 35% ਟੈਰਿਫ ਦੇਣਗੇ ਜਿਹੜੀ ਵੀ ਚੀਜ਼ ਐਕਸਪੋਰਟ ਕਰਨੀ ਹੈ। ਲਗਭਗ ਇੱਦਾਂ ਦੀ ਹਾਲਤ ਜਿਹੜੀ ਪਹਿਲਾਂ ਵੀ ਸੀਗੀ ਤੇ ਹੁਣ ਇਹਦੇ ਨਾਲ ਜਿਹੜਾ ਇਕਨੋਮਿਕ ਕੋਸਟ ਆ ਉਹ ਬਹੁਤ ਜ਼ਿਆਦਾ ਵੱਧ ਜਾਊਗੀ। ਇੱਕ ਪਾਸੇ ਕੈਨੇਡਾ ਯੂਕਰੇਨ ਦੀ ਮਦਦ ਕਰ ਰਿਹਾ, ਉੱਥੋਂ ਦੇ ਲੋਕਾਂ ਨੂੰ ਵੀਜ਼ੇ ਦੇ ਵਿੱਚ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਜਾ ਰਹੀਆਂ। ਹਾਲਾਂਕਿ ਵੀਜ਼ਾ ਰਿਕੁਆਇਰਡ ਹੈ ਯੂਕਰੇਨੀਅਨ ਦੇ ਲਈ। ਉਹਦੇ ਨਾਲ ਰੂਸ ਦੇ ਉੱਤੇ ਪਾਬੰਦੀਆਂ ਹੌਲੀ ਵਧਾ ਰਿਹਾ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਉੱਤੇ ਅਸਰ ਪਵੇ ਤੇ ਉਹ ਇਸ ਲੜਾਈ ਦੇ ਵਿੱਚ ਪਿੱਛੇ ਹਟ ਜਾਵੇ। ਵਿਸਥਾਰ ਦੇ ਵਿੱਚ ਇਹ ਵੀ ਡਿਸਕਸ ਕਰਦੇ ਹਾਂ ਕਿ ਇਸ ਵੇਲੇ ਹਾਲਤ ਕੀ ਆ ਲੜਾਈ ਦੀ ਔਰ ਇਹਨਾਂ ਸਾਰੇ ਦਿਨਾਂ ਦੇ ਵਿੱਚ ਜਿੱਦਣ ਤੋਂ ਰੂਸ ਯੂਕਰੇਨ ਦੇ ਵਿੱਚ ਗਿਆ ਉਦੋਂ ਤੱਕ ਹੋਇਆ ਕੀ ਆ। ਇਸ ਵੇਲੇ ਜਿਹੜੀ ਰਿਕੁਆਇਰਮੈਂਟ ਵੀਜ਼ਾ ਰਿਕੁਆਇਰਮੈਂਟ ਹਟਾਉਣ ਦੀ ਗੱਲਬਾਤ ਵੀ ਚੱਲ ਰਹੀ ਹੈ ਕਿ ਯੂਕਰੇਨ ਤੋਂ ਜਿਹੜਾ ਕੋਈ ਵੀ ਕੈਨੇਡਾ ਆਉਣਾ ਚਾਹੁੰਦਾ ਉਹਨੂੰ ਆਉਣ ਦਿੱਤਾ ਜਾਵੇ। ਜਿਹੜੇ ਮਿਨਿਸਟਰ ਨੇ, ਮਿਨਿਸਟਰ ਆਫ ਇਮੀਗ੍ਰੇਸ਼ਨ ਤੇ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਨੇ, ਸ਼ਾਨ ਫਰੇਜ਼ਰ, ਉਹਨਾਂ ਨੇ ਦੱਸਿਆ ਕਿ ਨਵਾਂ ਪ੍ਰੋਗਰਾਮ ਜਿਹੜਾ ਇੱਕ ਕ੍ਰੀਏਟ ਕੀਤਾ ਜਾਊਗਾ ਪਰ ਰਿਕੁਆਇਰਮੈਂਟ ਐਸੇ ਤਰ੍ਹਾਂ ਉਹਦੇ ਵਿੱਚ ਵੀ ਰਹਿਣਗੀਆਂ। ਬਹੁਤ ਸਾਰੀਆਂ ਚੀਜ਼ਾਂ ਨੂੰ ਹਟਾ ਦਿੱਤਾ ਗਿਆ ਹੈ। ਟਰੈਵਲ ਉਹਨਾਂ ਦਾ ਇੱਥੇ ਤੱਕ ਸੌਖਾ ਕਰ ਦਿੱਤਾ ਗਿਆ ਆ ਔਰ ਜਿਹੜਾ ਵੀ ਇੱਥੇ ਯੂਕਰੇਨ ਤੋਂ ਆਉਂਦਾ 2 ਸਾਲ ਤੱਕ ਰਹਿ ਸਕਦਾ ਆ ਤੇ ਉਹਦੇ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਉਹਦੇ ਅਨੁਸਾਰ ਉਹਨਾਂ ਦੇ ਸਾਹਮਣੇ ਲਿਆਂਦਾ ਜਾਊਗਾ ਤਾਂ ਕਿ ਯੂਕਰੇਨ ਦੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਕੈਨੇਡਾ ਦੇ ਵਿੱਚ ਲਿਆਉਣ ਦੇ ਲਈ। ਯੂਕਰੇਨ ਤੇ ਰੂਸ ਦੇ ਲਗਾਤਾਰ ਹਮਲੇ ਦਾ 8ਵਾਂ ਦਿਨ ਹਮਲਾ ਹਜੇ ਵੀ ਜਾਰੀ ਆ। ਰਾਜਧਾਨੀ ਕੀਵ ਤੋਂ ਇਲਾਵਾ ਖਾਰਕਿਵ ਸਹਿਤ ਕਈ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ। ਕੀਵ ਦੇ ਕਰੀਬ 80 ਕਿਲੋਮੀਟਰ ਦੂਰ ਚਿਰਨਹੀਵ ਸਕਾਚੀ ਬਰੋਕਾ ਸ਼ਹਿਰ ਦੇ ਵਿੱਚ ਸੈਟੇਲਾਈਟ ਇਮੇਜ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਤਬਾਹੀ ਦਾ ਮੰਜ਼ਰ ਸਾਫ਼ ਦਿਸ ਰਿਹਾ। ਅਮਰੀਕਾ ਦੇ ਮੈਕਸਰ ਟੈਕਨੋਲੋਜੀਜ਼ ਨੇ ਇਹ ਤਸਵੀਰਾਂ ਜਾਰੀ ਕੀਤੀਆਂ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਰੂਸ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਨਾਲ 90 ਮਿੰਟ ਗੱਲਬਾਤ ਕੀਤੀ ਹੈ ਤੇ ਹਵਾਲੇ ਨਾਲ ਦੱਸਿਆ ਗਿਆ ਕਿ ਰੂਸ ਯੂਕਰੇਨ ਜੰਗ ਦੇ ਵਿੱਚ ਸਭ ਤੋਂ ਬੁਰਾ ਦੌਰ ਹਜੇ ਆਉਣ ਵਾਲਾ ਆ ਜੇ ਇਹ ਲੜਾਈ
ਖਤਮ ਨਾ ਹੋਈ। ਪੁਤਿਨ ਬਹੁਤ ਦ੍ਰਿੜ ਆ ਇਸ ਗੱਲ ਦੇ ਲਈ ਕਿ ਅਸੀਂ ਜਿਹੜਾ ਯੂਕਰੇਨ ਆ ਉਹਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਾਂ। ਇਤਿਹਾਸਿਕ ਤੱਥ ਇਹ ਵੀ ਦੱਸੇ ਜਾ ਰਿਹਾ, ਬਹੁਤ ਸਾਰੇ ਲੋਕ ਰੂਸ ਦੇ ਹੱਕ ਵਿੱਚ ਬੋਲ ਰਹੇ ਆ ਕਿ ਜਿਹੜਾ ਯੂਕਰੇਨ ਅੱਜ ਯੂਕਰੇਨ ਆ, ਅਸਲ ਦੇ ਵਿੱਚ ਇਹ ਬਹੁਤ ਛੋਟਾ ਜਿਹਾ ਸੀਗਾ ਅਤੇ ਬਹੁਤਾ ਵੱਡਾ ਹਿੱਸਾ ਇਹਨੇ ਆਪਣੇ ਨਾਲ ਰਲਾਇਆ ਆ। ਜਾਂ ਇੱਦਾਂ ਕਹਿ ਲਓ 1917 ਤੋਂ ਪਹਿਲਾਂ ਤੋਂ ਲੈ ਕੇ ਜਦੋਂ ਜ਼ਾਰਸ਼ਾਹੀ ਸੀਗੀ ਉਸ ਵੇਲੇ ਤੋਂ ਇਹ ਹਿੱਸਾ ਯੂਕਰੇਨ ਦੇ ਨਾਲ ਰਲਦਾ ਰਿਹਾ ਆ, ਜਿੱਥੇ ਕਿ ਬਹੁਤੇ ਲੋਕ ਰੂਸੀ ਬੋਲਣ ਵਾਲੇ ਨੇ। ਅਤੇ ਇਹ ਜਸਟੀਫਿਕੇਸ਼ਨ ਦਿੱਤੀ ਜਾ ਰਹੀ ਹੈ ਕਿ ਉਹ ਰੂਸ ਉਹਨਾਂ ਇਲਾਕਿਆਂ ਨੂੰ ਦੁਬਾਰਾ ਆਪਣੇ ਤੱਕ ਰਲਾਉਣਾ ਚਾਹ ਰਿਹਾ, ਪਰ ਪੂਰੀ ਦੁਨੀਆ ਦੇ ਵਿੱਚ ਰੂਸ ਦੀ ਬਹੁਤ ਜ਼ਿਆਦਾ ਆਲੋਚਨਾ ਹੋ ਰਹੀ ਹੈ ਔਰ ਬਿਲਕੁਲ ਕਿਹਾ ਜਾ ਰਿਹਾ ਕਿ ਇੱਕ ਬਹੁਤ ਗਲਤ ਕਦਮ ਚੱਕ ਕੇ ਦੁਨੀਆ ਨੂੰ ਤਬਾਹੀ ਦੇ ਕੰਢੇ 'ਤੇ ਰੂਸ ਅਤੇ ਉੱਥੋਂ ਦੇ ਤਾਨਾਸ਼ਾਹ ਦੀ ਜ਼ਿੱਦ ਲੈ ਕੇ ਆ ਰਹੀ ਹੈ। ਜਿਹੜੇ ਦੂਜੇ ਦੌਰ ਦੀ ਗੱਲਬਾਤ ਪੋਲੈਂਡ ਅਤੇ ਬੇਲਾਰੂਸ ਬਾਰਡਰ ਦੇ ਉੱਤੇ ਹੋ ਰਹੀ ਆ, ਇਹਦੇ ਬਾਰੇ ਵੀ ਅਪਡੇਟਸ ਆਉਣਗੀਆਂ ਕਿ ਕੀ ਹੁੰਦਾ ਆ। ਯੂਕਰੇਨ ਦੀ ਐਮਰਜੈਂਸੀ ਹੈਲਪ ਦੇ ਲਈ 10 ਅਰਬ ਡਾਲਰ ਦੀ ਮਦਦ ਦਾ ਉੱਥੇ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਜਿਹੜਾ ਇਹ ਕਹਿ ਲਓ ਪ੍ਰਸਤਾਵ ਰੱਖਿਆ ਹੈਗਾ ਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ 10 ਬਿਲੀਅਨ ਡਾਲਰ ਹੋਰ ਕਾਂਗਰਸ ਨੂੰ ਕਿਹਾ ਕਿ ਮਨਜ਼ੂਰ ਕੀਤੇ ਜਾਣ ਤਾਂ ਕਿ ਇਸ ਪਾਸੇ ਜਿਹੜੇ ਉਹ ਲਾਏ ਜਾ ਸਕਣ। 22 ਮਿਲੀਅਨ ਉਹਨਾਂ ਨੇ ਕੋਵਿਡ ਦੇ 22 ਬਿਲੀਅਨ ਜਿਹੜਾ ਉਹ ਕੋਵਿਡ ਦੇ ਲਈ ਮੰਗਿਆ ਆ ਅਤੇ 10 ਬਿਲੀਅਨ ਇਸ ਮਾਮਲੇ ਦੇ ਵਿੱਚ ਮਦਦ ਦੇ ਲਈ ਇਹ ਮੰਗ ਕੀਤੀ ਗਈ ਆ। ਅਪਡੇਟਸ ਹੁਣ ਤੱਕ ਦੀਆਂ ਜੇਕਰ ਦੇਖੀਆਂ ਜਾਣ ਕਿ ਇਸ ਵੇਲੇ ਹੋਇਆ ਕੀ ਆ, ਰੂਸ ਨੇ ਜਿਹੜਾ ਪੂਰਬੀ ਯੂਕਰੇਨ ਦੇ ਸ਼ਹਿਰ ਦੇ ਉੱਤੇ ਕਬਜ਼ਾ ਕਰ ਲਿਆ ਆ। ਨਿਊਯਾਰਕ ਟਾਈਮ ਦੇ ਮੁਤਾਬਕ ਦੂਸਰੇ ਦੇਸ਼ਾਂ ਦੇ ਵਿੱਚ ਰਹਿਣ ਵਾਲੇ 50,000 ਯੂਕਰੇਨੀ ਜਿਹੜੇ ਆ ਉਹ ਵਾਪਸ ਆ ਰਹੇ ਆ ਔਰ ਉਹਨਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਆ। ਵੀ ਇੱਕ ਬਹੁਤ ਵੱਡੀ ਗੱਲਬਾਤ ਦੱਸੀ ਜਾ ਰਹੀ ਹੈ। ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੁਲਾ ਵਾਨ ਡੇਰ ਲੇਨ ਨੇ ਕਿਹਾ ਆ ਕਿ ਯੂਰਪੀਅਨ ਯੂਨੀਅਨ ਯੂਕਰੇਨ ਨੂੰ ਆਪਣਾ ਹਿੱਸਾ ਸਮਝਦਾ ਆ ਅਤੇ ਇਹਨੂੰ ਜਿਹੜੀ ਇਹਦੀ ਮੈਂਬਰਸ਼ਿਪ ਦੇਣ ਦਾ ਸਮਰਥਨ ਕਰਦਾ ਆ। 10 ਲੱਖ ਲੋਕ ਯੂਕਰੇਨੀ ਯੂਰਪੀਅਨ ਦੇਸ਼ਾਂ ਦੇ ਵਿੱਚ ਸ਼ਰਨ ਲੈ ਚੁੱਕੇ ਆ। ਇਹਨਾਂ ਦੀ ਦੇਖਭਾਲ ਦਾ ਜ਼ਿੰਮਾ ਵੀ ਲਿਆ। ਮਿਲੀਅਨ ਦੇ ਕਰੀਬ 10 ਲੱਖ ਦੇ ਕਰੀਬ ਲੋਕਾਂ ਦਾ ਬਾਹਰ ਜਾਣਾ ਇੱਕ ਬਹੁਤ ਵੱਡੀ ਗਿਣਤੀ ਦੱਸਿਆ ਜਾ ਰਿਹਾ। ਰੂਸੀ ਬੰਬਾਰੀ ਦੇ ਦੌਰਾਨ ਜਿਹੜੇ ਚਰਨਹੀਵ ਦੇ ਆਇਲ ਡਿਪੂ ਦੇ ਵਿੱਚ ਅੱਗ ਲੱਗੀ ਆ, ਫਰਾਂਸ ਨੇ ਆਪਣੇ ਲੋਕਾਂ ਨੂੰ ਯੂਕਰਾਈਨ ਨੂੰ ਛੱਡਣ ਲਈ ਕਹਿ ਦਿੱਤਾ ਆ। ਰੂਸੀ ਸੈਨਾ ਨੇ ਓਡੇਸਾ ਨੂੰ ਘੇਰ ਲਿਆ ਅਤੇ ਨਾਲ ਹੀ ਦੱਖਣੀ ਯੂਕਰੇਨ ਦੇ ਜਿਹੜੇ ਮੋਕੋਲਾਈਵ ਸ਼ਹਿਰ ਆ ਉੱਥੇ ਵੀ ਰੂਸ ਦੇ ਸੈਨਿਕ ਇਸ ਵੇਲੇ ਜਾ ਚੁੱਕੇ ਆ। ਰੂਸ ਨੇ S-400 에ਅਰ ਡਿਫੈਂਸ ਸਿਸਟਮ ਦੇ ਨਾਲ ਜਿਹੜਾ ਯੁੱਧ ਅਭਿਆਸ ਆ ਉਹ ਵੀ ਸ਼ੁਰੂ ਕਰ ਦਿੱਤਾ। UN ਦਾ ਦਾਅਵਾ ਆ ਕਿ ਯੂਕਰੇਨ ਨੇ 1 ਮਾਰਚ ਤੋਂ ਹੁਣ ਤੱਕ ਰੂਸੀ ਹਮਲਿਆਂ ਦੇ ਵਿੱਚ 752 ਨਾਗਰਿਕ ਮਾਰੇ ਜਾ ਚੁੱਕੇ ਆ। ਰੂਸ ਦੇ 498 ਸੈਨਿਕ ਮਾਰੇ ਜਾਣ ਦੀ ਵੀ ਪੁਸ਼ਟੀ ਹੋਈ ਹੈ। ਸੋ ਇਸ ਸਾਰੇ ਕੁਛ ਦੇ ਵਿੱਚ ਹਥਿਆਰਾਂ ਦੀ ਸਪਲਾਈ ਇੱਕ ਬਹੁਤ ਵੱਡਾ ਮੁੱਦਾ ਬਣੀ ਆ ਕਿ ਹਥਿਆਰ ਕਿੱਥੋਂ ਆ ਰਹੇ ਆ। ਦੱਸਿਆ ਜਾ ਰਿਹਾ ਕਿ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਬਿਜ਼ਨਸ ਆ 3-4 ਕੰਪਨੀਆਂ ਅਮਰੀਕਾ ਦੇ ਵਿੱਚ ਨੇ ਜਿਹੜੀਆਂ ਕਰ ਰਹੀਆਂ ਔਰ ਦੁਨੀਆ ਦਾ 90-92% ਹਥਿਆਰ ਜਿਹੜੇ ਦੁਨੀਆ ਦੇ 10 ਦੇਸ਼ ਨੇ ਉਹਨਾਂ ਦੇ ਵਿੱਚ ਹੀ ਬਣ ਰਹੇ ਆ। ਕਿਤੇ ਨਾ ਕਿਤੇ ਉਹਨਾਂ ਦਾ ਹਿੱਤ ਵੀ ਸਾਹਮਣੇ ਆ ਰਿਹਾ। ਅਮਰੀਕਾ ਦੇ ਵਿੱਚ ਵੀ ਗੱਲਾਂ ਬਾਤਾਂ ਚੱਲੀਆਂ ਸੀ ਕਿ ਇਹ ਹਥਿਆਰ ਬਣਾਉਣ ਵਾਲੀਆਂ 3-4 ਕੰਪਨੀਆਂ ਨੇ ਲੌਬਿੰਗ ਕਰਨ ਦੇ ਲਈ ਕਈ 50-60 ਬਿਲੀਅਨ ਡਾਲਰ ਵੀ ਅਮਰੀਕਾ ਦੇ ਵਿੱਚ ਜਿਹੜਾ ਉਹ ਲਾਇਆ ਸੀ। ਇਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੇ ਕਿਹਦੇ ਹਥਿਆਰ ਵਿਕ ਰਹੇ ਆ ਅਤੇ ਕਿੱਥੋਂ ਜਾ ਰਹੇ ਆ, ਇਹ ਵੀ ਇਸ ਵੇਲੇ ਚਰਚਾ ਦਾ ਵਿਸ਼ਾ ਆ। ਯੂਕਰੇਨ ਦੇ ਕੀਵ ਦੇ ਵਿੱਚ ਜਿਹੜਾ ਡੋਬਜੀ ਅਤੇ ਨਾਰੋਦਿਵ ਮੈਟਰੋ ਸਟੇਸ਼ਨ ਦੇ ਨੇੜੇ 2 ਧਮਾਕੇ ਕੀਤੇ ਆ। ਸੋ ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਯੂਕਰੇਨ ਛੱਡ ਚੁੱਕੇ ਆ। ਅਤੇ ਬੈਲਾਰੂਸ ਦੇ ਉੱਤੇ ਵੀ ਅਮਰੀਕਾ ਨੇ ਨਾਲ ਹੀ ਜਿਹੜਾ ਰਿਸਟ੍ਰਿਕਸ਼ਨਸ ਲਾ ਦਿੱਤੀਆਂ ਆ। ਕਾਫੀ ਸਖਤ ਜਿਹੜੇ ਪ੍ਰਤੀਬੰਧ ਆ ਉਹ ਲਾਏ ਗਏ ਆ। ਵਾਈਟ ਹਾਊਸ ਨੇ ਇਹ ਗੱਲ ਕਹੀ ਹੈ ਕਿ ਰੂਸ ਅਤੇ ਬੈਲਾਰੂਸ ਦੇ ਡਿਫੈਂਸ ਸੈਕਟਰ ਵਿੱਚ ਹੋਣ ਵਾਲੇ ਐਕਸਪੋਰਟ ਦੇ ਉੱਤੇ ਟੋਟਲੀ ਉਹਨਾਂ ਨੇ ਬੈਨ ਲਾ ਦਿੱਤਾ ਆ। ਸੋ ਇਸ ਵੇਲੇ ਜਿੱਦਾਂ ਅਪਡੇਟਸ ਆ ਰਹੀਆਂ ਔਰ ਤੁਹਾਨੂੰ ਯਾਦ ਹੋਊਗਾ ਜਿਸ ਦਿਨ ਤੋਂ ਇਹ ਲੜਾਈ ਸ਼ੁਰੂ ਹੋਈ ਆ ਹੁਣ ਤੱਕ ਅਜੇ ਇਹ ਗੱਲ ਢਲਾਣ ਵੱਲ ਜਾਂਦੀ ਨਜ਼ਰ ਨਹੀਂ ਆ ਰਹੀ। ਇਸ ਤਰ੍ਹਾਂ ਲੱਗ ਰਿਹਾ ਕਿ ਇਹ ਅਜੇ ਸੰਕਟ ਵਾਲਾ ਸਮਾਂ ਹੋਰ ਆਉਣਾ ਆ। ਵੱਖ-ਵੱਖ ਦੇਸ਼ਾਂ ਦੇ ਪਰਮਾਣੂ ਹਥਿਆਰ ਵੀ ਕੈਲਕੂਲੇਟ ਕੀਤੇ ਜਾ ਰਹੇ ਕਿ ਕਿਹਦੇ ਕੋਲ ਕਿੰਨੇ ਹਥਿਆਰ ਆ। ਜੇਕਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖਿਆ ਜਾਵੇ ਕਿ ਮੋਟਾ ਇਹ ਸਾਰੇ ਕੁਛ ਦੇ ਵਿੱਚ ਹੋਇਆ ਕੀ ਆ, 24 ਫਰਵਰੀ ਦਾ ਉਹ ਕਾਲਾ ਅਤੇ ਇਤਿਹਾਸਕ ਦਿਨ ਸੀ ਜਿਸ ਦਿਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਉੱਤੇ ਮਿਲਟਰੀ ਆਪਰੇਸ਼ਨ ਸ਼ੁਰੂ ਕਰ ਦਿੱਤਾ ਅਤੇ ਆਦੇਸ਼ ਦੇ ਦਿੱਤਾ ਕਿ ਉੱਥੇ ਅੰਦਰ ਜਿਹੜਾ ਜਾ ਕੇ ਅਤੇ ਹਮਲਾ ਕਰ ਦਿਓ। ਹਾਲਾਂਕਿ 24 ਫਰਵਰੀ ਨੂੰ ਜਦੋਂ ਇਹ ਹਮਲਾ ਕੀਤਾ ਗਿਆ ਸੀ ਉਹਨੂੰ ਇਹਨਾਂ ਨੇ ਲੜਾਈ ਨਹੀਂ ਕਿਹਾ ਸੀ, ਯੁੱਧ ਨਹੀਂ ਕਿਹਾ ਸੀ ਰੂਸ ਨੇ। ਉਹ ਕਹਿੰਦੇ ਸੀ ਸਾਡਾ ਇੱਕ ਮਿਲਟਰੀ ਆਪਰੇਸ਼ਨ ਆ ਜਿਹੜਾ ਅਸੀਂ ਕਰ ਰਹੇ ਹਾਂ
ਮੰਨਿਆ ਜਾ ਰਿਹਾ ਕਿ ਰੂਸ ਨੂੰ ਲੱਗਦਾ ਸੀ ਕਿ ਥੋੜ੍ਹੇ ਜਿਹੇ ਘੰਟਿਆਂ ਦੇ ਵਿੱਚ ਹੀ ਅਸੀਂ ਯੂਕਰੇਨ ਨੂੰ ਕਬਜ਼ਾ ਇਹਦੇ ਉੱਤੇ ਕਰ ਲਵਾਂਗੇ, ਪਰ ਗੱਲ ਉਨੀ ਸੌਖੀ ਨਹੀਂ ਨਜ਼ਰ ਆ ਰਹੀ। 25 ਫਰਵਰੀ ਨੂੰ ਜਿਹੜਾ ਯੂਕਰੇਨ ਨੇ ਲੁਹਾਂਸਕ ਤੇ ਡੋਨੈਸਕ ਦੇ ਉੱਤੇ ਰੂਸੀ ਸੈਨਾ ਦੇ ਹਮਲੇ ਸ਼ੁਰੂ ਕਰ ਦਿੱਤੇ ਸੀ। ਅਮਰੀਕਾ ਨੇ ਰੂਸ ਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਦਾ ਐਲਾਨ ਕਰ ਦਿੱਤਾ ਸੀ। UN ਨੇ ਰੂਸ ਦੇ ਖਿਲਾਫ ਨਿੰਦਾ ਦਾ ਪ੍ਰਸਤਾਵ ਦਿੱਤਾ ਸੀ, ਜਿਹੜਾ ਇਹ ਬਾਅਦ ਦੇ ਵਿੱਚ ਜਾ ਕੇ ਅਗਲੇ ਦਿਨ 26 ਫਰਵਰੀ ਨੂੰ ਬ੍ਰਿਟਨ ਨੇ ਪੁਤਨ ਤੇ ਉਹਨਾਂ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀਆਂ ਸਾਰੀਆਂ ਉਹਦੀ ਜਿੰਨੀ ਪ੍ਰਾਪਰਟੀ ਸੀ ਉਹਨੂੰ ਜ਼ਬਤ ਕਰਨ ਦੇ ਆਦੇਸ਼ ਦੇ ਦਿੱਤੇ ਸੀ। ਕੈਨੇਡਾ ਤੇ ਯੂਰਪੀਅਨ ਯੂਨੀਅਨ ਨੇ ਵੀ ਰੂਸ ਤੇ ਜਿਹੜਾ ਉਹਨਾਂ ਦਾ ਸਵਿਫਟ ਪੇਟੈਂਟ ਸਿਸਟਮ ਤੋਂ ਬਾਹਰ ਜਾਣ ਦੀ ਗੱਲਬਾਤ ਕੀਤੀ ਸੀ, ਤੇ ਯੂਕਰੇਨ ਨੇ ਇੱਕ ਪ੍ਰਪੋਜ਼ਲ ਦੇ ਤਹਿਤ ਰੂਸ ਦੇ ਵੀਟੋ ਦੇ ਖਿਲਾਫ 50 ਦੇਸ਼ਾਂ ਨੇ ਸੰਯੁਕਤ ਬਿਆਨ ਜਾਰੀ ਕਰ ਦਿੱਤਾ ਸੀ। ਇੱਕ ਦਿਨ ਬਾਅਦ 27 ਫਰਵਰੀ ਨੂੰ ਯੂਰਪ ਯੂਨੀਅਨ ਦੇ ਪ੍ਰੈਜ਼ੀਡੈਂਟ ਉਰਸੁਲਾ ਵਾਨ ਡੇਰ ਲੈyen ਨੇ ਐਲਾਨ ਕੀਤਾ ਸੀ ਕਿ ਯੂਰਪੀਅਨ ਯੂਨੀਅਨ ਨੇ ਆਪਣਾ 에ਅਰ ਸਪੇਸ ਰੂਸ ਦੇ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਇਹ ਵੀ ਇੱਕ ਬਹੁਤ ਮਹੱਤਵਪੂਰਨ ਕਦਮ ਸੀ। ਉਹ ਤੋਂ ਅਗਲੇ ਦਿਨ 28 ਫਰਵਰੀ ਨੂੰ ਹਮਲੇ ਦਾ ਜਿੱਦਣ 5ਵਾਂ ਦਿਨ ਸੀ, ਗੱਲਬਾਤ ਦੀ ਪੇਸ਼ਕਸ਼ ਹੋਈ ਸੀ। ਬੇਲਾਰੂਸ ਬਾਰਡਰ ਦੇ ਉੱਤੇ ਯੂਕਰੇਨ ਦੇ ਨਾਲ 5 ਘੰਟੇ ਗੱਲਬਾਤ ਚੱਲੀ। ਗੱਲਬਾਤ ਬੇਨਤੀਜਾ ਰਹੀ। ਇਸੇ ਦੌਰਾਨ ਰੂਸ ਦੀ ਸੈਨਾ ਨੇ ਰਾਜਧਾਨੀ ਕੀਵ ਦੇ ਵਿੱਚ ਕਈ ਥਾਵਾਂ ਦੇ ਉੱਤੇ ਮਿਜ਼ਾਈਲਾਂ ਸਿੱਟੀਆਂ ਸੀ। 1 ਮਾਰਚ ਨੂੰ ਰੂਸ ਨੇ ਯੂਕਰੇਨ ਦੇ TV ਟਾਵਰ ਦੇ ਉੱਤੇ ਧਮਾਕੇ ਕਰ ਦਿੱਤੇ, ਉਹਨਾਂ ਨੂੰ ਉਡਾ ਦਿੱਤਾ ਤੇ 5 ਲੋਕਾਂ ਦੀ ਇੱਥੇ ਮੌਤ ਦੱਸੀ ਜਾ ਰਹੀ ਹੈ। ਯੂਕਰੇਨੀ ਰਾਸ਼ਟਰਪਤੀ ਜ਼ੈਲੈਂਸਕੀ ਨੇ ਯੂਰਪ ਦੀ ਬੈਠਕ ਦੇ ਵਿੱਚ ਦੁਨੀਆ ਭਰ ਨੂੰ ਮਦਦ ਦੇ ਲਈ ਅਪੀਲ ਕੀਤੀ ਸੀ, ਤੇ ਦੂਜੇ ਪਾਸੇ ਉੱਧਰ ਵਲਾਦੀਮੀਰ ਪੁਤਨ ਨੇ ਜਿਹੜਾ ਉਹਨਾਂ ਦਾ ਨਿਊਕਲੀਅਰ ਸਿਸਟਮ ਆ, ਜਿਹੜਾ ਐਟਮ ਬੰਬ ਨਾਲ ਜੁੜਿਆ ਹਿਸਾਬ ਕਿਤਾਬ ਜਾਂ ਸਿਸਟਮ ਆ, ਉਹਦਾ ਨਿਰੀਖਣ ਕੀਤਾ ਸੀ। 2 ਮਾਰਚ ਨੂੰ ਯੂਕਰੇਨ ਨੇ ਰੂਸੀ ਸੈਨਾ ਨੂੰ ਤੁਰੰਤ ਹਟਾਉਣ ਦੇ ਲਈ ਜਿਹੜਾ UNGC ਦੇ ਵਿੱਚ ਪ੍ਰਪੋਜ਼ਲ ਰੱਖਿਆ ਸੀ, ਜਿਹਦੀ ਸਪੋਰਟ ਦੇ ਵਿੱਚ 141 ਵੋਟਾਂ ਪਈਆਂ ਸੀ। ਤੇ ਅੱਜ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਆ। ਆਸ ਇਹੀ ਤੇ ਅਰਦਾਸ ਇਹੀ ਕੀਤੀ ਜਾ ਰਹੀ ਹੈ ਕਿ ਜਿੰਨੀ ਜਲਦੀ ਹੋ ਸਕਦਾ ਹੈ ਸਾਰਾ ਕੁਝ ਠੀਕ ਠਾਕ ਹੋਵੇ ਤੇ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਖਬਰਾਂ ਆਉਣੀਆਂ ਬੰਦ ਹੋਣ, ਇਹ ਯੁੱਧ ਖਤਮ ਹੋ ਜਾਵੇ, ਰੂਸ ਯੂਕਰੇਨ ਤੋਂ ਪਿੱਛੇ ਹਟ ਜਾਵੇ। ਕੈਨੇਡਾ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਆਪਣਾ ਲੀਡਰ ਚੁਣ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਲਗਾਤਾਰ ਹਾਰ ਹੁੰਦੀ ਆਈ ਹੈ ਤੇ ਉਸ ਹਾਰ ਦੇ ਲਈ ਲੀਡਰਸ਼ਿਪ ਰੇਸ ਦੇ ਵਿੱਚ ਕਈ ਲੋਕ ਆਏ। ਐਰਨ ਓਟੂਲ ਪਿੱਛੇ ਆਏ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਇਸ ਹਾਰ ਦੀ ਵਜ੍ਹਾ ਕਰਕੇ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੇ ਵਿੱਚ ਚੰਗਾ ਲੀਡਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਕਰਕੇ ਉਹਨਾਂ ਨੇ ਅਨਾਊਂਸ ਕੀਤਾ ਕਿ ਹੁਣ ਇਹ ਸਾਰਾ ਪ੍ਰੋਸੈਸ 10 ਸਤੰਬਰ ਤੱਕ ਅੱਗੇ ਚਲੇ ਜਾਊਗਾ ਕਿ ਇੱਕ ਯੋਗ ਉਮੀਦਵਾਰ ਨੂੰ ਲੱਭਣਾ ਤੇ ਫਿਰ ਉਹਨੂੰ ਲੀਡਰ ਚੁਣਨਾ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਇੱਕ ਪ੍ਰਮੁੱਖ ਪਾਰਟੀ ਆ, ਤੁਸੀਂ ਸਾਰੇ ਜਾਣਦੇ ਆ। ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਉਹ ਮਰਜ ਹੋ ਗਈ ਸੀ ਕੈਨੇਡੀਅਨ ਰਿਫਾਰਮ ਕੰਜ਼ਰਵੇਟਿਵ ਅਲਾਇੰਸ ਦੇ ਨਾਲ, ਤੇ ਫਿਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਬਣੀ ਸੀ। ਪਹਿਲਾਂ ਸਟੀਫਨ ਹਾਰਪਰ ਰਹੇ ਆ, ਪ੍ਰਾਈਮ ਮਿਨਿਸਟਰ ਵੀ ਰਹੇ ਆ, ਉਸ ਤੋਂ ਬਾਅਦ ਐਂਡਰਿਊ ਸ਼ੀਰ ਰਹੇ ਆ ਸਟੀਫਨ ਹਾਰਪਰ ਤੋਂ ਬਾਅਦ, ਤੇ ਫਿਰ ਹੁਣ ਐਰਨ ਓਟੂਲ ਇਹਦੇ ਮੁਖੀ ਰਹੇ ਆ। ਤੇ ਐਰਨ ਓਟੂਲ ਨੇ ਰਿਜ਼ਾਈਨ ਕਰ ਦਿੱਤਾ ਸੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਤੋਂ, ਭਾਵੇਂ ਉਹ ਮੈਂਬਰ ਪਾਰਲੀਮੈਂਟ ਹਜੇ ਹੈਗੇ ਆ। ਬਹੁਤ ਸਾਰੇ ਕਾਕਸ ਨੇ ਉਹਨਾਂ ਦੇ ਵਿੱਚ ਐਰਨ ਓਟੂਲ ਦੇ ਖਿਲਾਫ ਵੋਟ ਕੀਤੀ ਸੀ, ਉਹਨਾਂ ਨੂੰ ਹਟਾਉਣ ਦੇ ਲਈ ਕਿ ਉਹਨਾਂ ਨੂੰ ਹਟਾ ਦਿੱਤਾ ਜਾਵੇ। 118 ਵੋਟ ਜਿਹੜੀਆਂ ਹੋਈਆਂ ਸੀ ਇੱਕ ਮੀਟਿੰਗ ਦੇ ਵਿੱਚ, 73 MP ਜਿਹੜੇ ਆ ਉਹਨਾਂ ਨੇ ਫੇਵਰ ਦੇ ਵਿੱਚ ਵੋਟ ਕੀਤੀ ਸੀ, ਇਸ ਫੇਵਰ ਦੇ ਵਿੱਚ ਕਿ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਜਾਵੇ, ਹਟਾ ਦਿੱਤਾ ਜਾਵੇ। 45 ਨੇ ਉਹਨਾਂ ਦੀ ਐਂਡੋਰਸਮੈਂਟ ਕੀਤੀ ਸੀ। ਹੁਣ ਇਹ ਸਾਰੇ ਕੁਛ ਦੇ ਵਿੱਚ ਜਿਹੜੀ 109 ਮੈਂਬਰਾਂ ਦਾ ਕਾਕਸ ਸੀਗਾ ਤੇ ਸਕਾਟ ਰੀਡ ਉਹਨਾਂ ਨੇ ਵੋਟ ਨਹੀਂ ਕੀਤੀ ਸੀ, ਜਿਹੜੇ ਇਹਨੂੰ ਚੇਅਰ ਕਰ ਰਹੇ ਸੀ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ 10 ਸਤੰਬਰ ਤੱਕ ਉਡੀਕ ਕਰੂਗੀ ਨਵੇਂ ਲੀਡਰ ਦੇ ਲਈ। ਇਹ ਬਹੁਤ ਮਹੱਤਵਪੂਰਨ ਚੋਣ ਆ, ਕਿਉਂਕਿ ਇੱਥੇ ਇਹ ਗੱਲ ਬਹੁਤ ਮਹੱਤਵਪੂਰਨ ਆ ਕਿ ਲਿਬਰਲ ਪਾਰਟੀ ਅਜੇ ਵੀ ਮਾਈਨੋਰਿਟੀ ਦੇ ਵਿੱਚ ਚੱਲ ਰਹੀ ਹੈ। ਉਹਨਾਂ ਦੀ ਮੈਜੋਰਿਟੀ ਨਹੀਂ ਮਿਲੀ ਸੀ ਪਿਛਲੀ ਵਾਰੀ, ਭਾਵੇਂ ਉਹਨਾਂ ਨੇ ਦੁਬਾਰਾ ਵੋਟਾਂ ਪਵਾਈਆਂ ਸੀ। ਮਾਈਨੋਰਿਟੀ ਦਾ ਮਤਲਬ ਇਹ ਆ ਵੀ ਕਿਸੇ ਵੀ ਮੁੱਦੇ ਦੇ ਉੱਤੇ ਰੌਲਾ ਪੈ ਸਕਦਾ ਤੇ ਵੋਟਾਂ ਕਿਸੇ ਵੀ ਵੇਲੇ ਦੁਬਾਰਾ ਹੋ ਸਕਦੀਆਂ। ਇਹ ਨਹੀਂ ਹੈ ਕਿ 4 ਸਾਲ ਬਾਅਦ ਇਲੈਕਸ਼ਨ ਹੋਣੀ ਆ। ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਕੰਜ਼ਰਵੇਟਿਵ ਪਾਰਟੀ ਦੇ ਲਈ ਆਪਣਾ ਲੀਡਰ ਤਿਆਰ ਰੱਖਣਾ ਬਹੁਤ ਜ਼ਰੂਰੀ ਆ, ਤੇ ਉਹਦੇ ਲਈ ਨਾ ਉਹ ਕਾਹਲੀ ਕਰਨਾ ਚਾਹੁੰਦੇ ਆ ਤੇ ਪਰ ਇਹ ਵੀ ਚਾਹੁੰਦੇ ਆ ਕਿ ਕੋਈ ਸਟਰੋਂਗ ਲੀਡਰ ਜਿੰਨੀ ਜਲਦੀ ਹੋ ਸਕਦਾ ਉਹਨਾਂ ਦੇ ਸਾਹਮਣੇ ਆਵੇ। ਸੋ 10 ਸਤੰਬਰ ਤੱਕ ਨਵਾਂ ਲੀਡਰ ਉਹਨਾਂ ਦਾ ਸਾਹਮਣੇ ਆਊਗਾ। ਕਈ ਕੈਂਡੀਡੇਟ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੇ ਆ। ਕੈਂਡੀਡੇਟਸ ਜਿਹੜੇ ਆ 19 ਅਪ੍ਰੈਲ ਤੱਕ ਆ ਸਕਦੇ ਆ ਸਾਹਮਣੇ, ਕਿ ਜਿਹੜਾ ਵੀ ਆਉਣਾ ਚਾਹੁੰਦਾ 2 ਲੱਖ ਦੀ ਐਂਟਰੀ ਫੀਸ ਹੁੰਦੀ ਆ ਤੇ $1,00,000 ਜਿਹੜਾ ਡਿਪੋਜ਼ਿਟ ਕਰਾਉਣਾ ਪੈਂਦਾ ਆ ਉਹਦੇ ਰੂਲਸ ਲਈ ਕੰਪਲਾਈ ਕਰਨ ਦੇ ਲਈ, ਤੇ ਜਿਹੜਾ ਬਾਅਦ ਦੇ ਵਿੱਚ ਰਿਫੰਡੇਬਲ ਹੁੰਦਾ ਜਦੋਂ ਇਹ ਮੁਕਾਬਲਾ ਖਤਮ ਹੋ ਜਾਂਦਾ ਲੀਡਰਸ਼ਿਪ ਰੇਸ ਦੇ ਵਿੱਚ। ਤੇ ਇਹ ਪਹਿਲਾਂ ਵੀ ਇਸੇ ਤਰ੍ਹਾਂ ਹੁੰਦਾ ਸੀ। ਜਦੋਂ ਲੀਡਰਸ਼ਿਪ ਰੇਸ 2020 ਦੇ ਵਿੱਚ ਹੋਈ ਸੀ ਤੇ ਐਰਨ ਓਟੂਲ ਪਾਰਟੀ ਦੇ ਬਣੇ ਸੀਗੇ
ਪ੍ਰਧਾਨ ਤੇ ਮੈਂਬਰਸ਼ਿਪ ਐਪਲੀਕੇਸ਼ਨ ਜਿਹੜੀਆਂ ਉਹ 3 ਜੂਨ ਤੱਕ ਕਹਿੰਦੇ ਬੈਲਟਸ ਜਿਹੜੇ ਆ ਉਹ ਫਿਰ ਭੇਜੇ ਜਾਣਗੇ ਕੰਜ਼ਰਵੇਟਿਵ ਪਾਰਟੀ ਮੈਂਬਰਸ ਨੂੰ, ਤੇ ਉਹਦੇ ਤੋਂ ਬਾਅਦ ਫਿਰ ਜਿਹੜੀ ਇਲੈਕਸ਼ਨ ਹੁੰਦੀ ਆ ਜਾਂ ਉਹਦੇ ਵਿੱਚ ਫੈਸਲਾ ਕੀਤਾ ਜਾਂਦਾ ਕਿ ਕਿਹੜੇ ਕੈਂਡੀਡੇਟ ਨੂੰ ਲੀਡਰ ਜਿਹੜਾ ਉਹ ਬਣਾਉਣਾ ਆ। ਹੁਣ ਤੱਕ ਜਿਹੜੇ ਕੈਂਡੀਡੇਟ ਆ ਉਹ ਬਹੁਤੇ ਸਾਹਮਣੇ ਨਹੀਂ ਆ ਰਹੇ। ਕੁਛ ਨਾਂ ਜਿਹੜੇ ਸਾਹਮਣੇ ਆ ਰਹੇ ਆ, ਪਾਈ ਪੋਲਵਰ ਜਿਹੜੇ ਵੈਲ ਨੋਨ ਆਟਵਾ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦਾ ਨਾਂ ਪ੍ਰਮੁੱਖਤਾ ਦੇ ਨਾਲ ਸਾਹਮਣੇ ਆ ਰਿਹਾ। ਪਾਰਲੀਮੈਂਟ ਦੇ ਉਹਨਾਂ ਦੇ ਵਿੱਚ ਬਹੁਤ ਚੰਗੀ ਜਿਹੜੀ ਪਰਫਾਰਮੈਂਸ ਦੱਸੀ ਜਾ ਰਹੀ ਆ। ਕਿਊਬੈਕ ਦੇ ਪ੍ਰੀਮੀਅਰ ਜਿਹੜੇ ਸਾਬਕਾ ਪ੍ਰੀਮੀਅਰ ਨੇ, ਉਹਨਾਂ ਨੇ ਵੀ ਬੁੱਧਵਾਰ ਨੂੰ ਦੱਸਿਆ ਕਿ ਉਹ ਵੀ ਪਾਰਟੀ ਦੇ ਰੂਲਸ ਦੀ ਉਡੀਕ ਕਰ ਰਹੇ ਆ, ਤੇ ਜੇ ਉਹ ਰੂਲਸ ਉਹਨਾਂ ਨੂੰ ਠੀਕ ਲੱਗਦੇ ਆ ਤੇ ਉਹ ਵੀ ਇਹਦੇ ਵਿੱਚ ਆਪਣੀ ਜਿਹੜੀ ਗੱਲਬਾਤ ਰੱਖ ਸਕਦੇ ਆ, ਉਮੀਦਵਾਰ ਹੋ ਸਕਦੇ ਆ। ਸੋ ਹੁਣ ਤੱਕ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਤੇ ਜਿਹੜੇ ਦੂਜੇ ਫਾਰਮਰ ਲੀਡਰਸ਼ਿਪ ਕੰਟੈਂਡਰ ਨੇ, ਮਾਈਕਲ ਚੌਂਗ, ਉਹ ਵੀ ਦੌੜ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਆ। 2017 ਦੇ ਵਿੱਚ ਜਦੋਂ ਇਹ 5ਵੇਂ ਨੰਬਰ ਤੇ ਆਏ ਸੀ, ਜਦੋਂ ਉਸ ਵੇਲੇ ਕੰਜ਼ਰਵੇਟਿਵ ਲੀਡਰ ਤੇ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਵੀ ਦੌੜ ਦੇ ਵਿੱਚ ਸੀਗੇ ਤੇ ਐਂਡਰਿਊ ਸ਼ੀਰ ਅਲਟੀਮੇਟਲੀ ਇਲੈਕਟ ਹੋਏ ਸੀ, ਉਸ ਵੇਲੇ ਇਹ 5ਵੇਂ ਨੰਬਰ ਤੇ ਸੀਗੇ। ਤੇ ਮਾਈਕਲ ਚੌਂਗ ਇਸ ਵਾਰੀ ਵੀ ਉਮੀਦਵਾਰ ਹੋ ਸਕਦੇ ਕਿਉਂਕਿ ਤਜਰਬਾ ਬਹੁਤ ਲੰਬਾ ਇਹਨਾਂ ਦਾ ਨਾਂ ਵੀ ਸਾਹਮਣੇ ਆ ਰਿਹਾ। ਜਿਹੜੇ ਕੈਂਡੀਡੇਟ ਅਜੇ ਤੱਕ ਸਾਹਮਣੇ ਆ ਰਹੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਦੋਂ ਨਾਂ ਸਾਹਮਣੇ ਆਉਂਦੇ ਆ ਤਾਂ ਉਹਨਾਂ ਦੇ ਵਿੱਚੋਂ ਫਿਰ ਹੋਰ ਜਿਹੜਾ ਉਹ ਗੱਲਬਾਤ ਸਾਹਮਣੇ ਆ ਸਕਦੀ ਹੈ ਕਿ ਕੌਣ। ਇੱਥੇ ਹੀ ਇਹਦੇ ਨਾਲ ਜਿਹੜੇ ਬਰੈਂਪਟਨ ਦੇ ਮੇਅਰ ਨੇ ਪੈਟਰਿਕ ਬਰਾਊਨ, ਉਹਨਾਂ ਦਾ ਨਾਂ ਵੀ ਇੱਥੇ ਸਾਹਮਣੇ ਆਉਂਦਾ ਕਿ ਉਹ ਵੀ ਹੋ ਸਕਦੇ ਆ, ਤੇ ਕੁਛ ਕੁ ਹੋਰ ਨਾਂ ਜਿਹੜੇ ਸਾਹਮਣੇ ਆ ਰਹੇ ਆ। ਪਰ 10 ਸਤੰਬਰ ਤੱਕ ਜਿਹੜਾ ਲੀਡਰ ਆ ਉਹ ਸਾਹਮਣੇ ਆਉਣਗੇ, ਤੇ ਟਰੂਡੋ ਸਰਕਾਰ ਮਾਈਨੋਰਿਟੀ ਪਾਰਲੀਮੈਂਟ ਹੋਣ ਕਰਕੇ ਜਿਹੜਾ ਆ ਇਹ ਗੱਲ ਦਾ ਡਰ ਹਰ ਵੇਲੇ ਆ ਕਿ ਇਲੈਕਸ਼ਨ ਕਿਸੇ ਵੇਲੇ ਵੀ ਹੋ ਸਕਦੀ ਹੈ। ਸਰੀ ਆਰਸੀਐਮਪੀ ਨੇ ਇੱਕ ਸੂਚਨਾ ਦਿੱਤੀ ਆ ਕਿ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਕੋਲ ਲੋਡਡ ਹੈਂਡਗਨ ਸੀਗੀ। ਇੱਕ ਟ੍ਰੈਫਿਕ ਸਟਾਪ ਵਾਲੀ ਏਰੀਏ ਦੇ ਵਿੱਚ ਕੀਤਾ ਗਿਆ ਤੇ ਉਹਦੇ ਉੱਤੋਂ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਰੀ ਤੇ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਇਸ ਗਨ ਵਾਇਲੈਂਸ ਦੀਆਂ ਘਟਨਾਵਾਂ, ਗੈਂਗ ਵਾਇਲੈਂਸ ਦੀਆਂ ਘਟਨਾਵਾਂ ਤੇ ਇਹਦੇ ਨਾਲ ਜਿਹੜਾ ਇਹ ਡਰੱਗ ਦਾ ਮੁੱਦਾ ਆ, ਇਹ ਕਾਫੀ ਚਰਚਾ ਦੇ ਵਿੱਚ ਰਹਿੰਦਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆ ਕਿ 25 ਫਰਵਰੀ ਨੂੰ 11:15 ਵਜੇ ਰਾਤ ਨੂੰ ਜਿਹੜੀ ਗੈਂਗ ਐਨਫੋਰਸਮੈਂਟ ਟੀਮ ਆ, ਉਹਨਾਂ ਨੇ ਇੱਕ ਟ੍ਰੈਫਿਕ ਸਟਾਪ ਕੀਤਾ 132 ਸਟਰੀਟ ਤੇ ਓਲਡ ਈਅਰ ਰੋਡ ਦੇ ਉੱਤੇ। ਡਰਾਈਵਰ ਤੇ ਪੈਸੰਜਰ ਦੋਵਾਂ ਨੂੰ ਜਦੋਂ ਉਹਨਾਂ ਨੇ ਉਹਨੂੰ ਗੱਡੀ ਨੂੰ ਰੋਕਿਆ ਤੇ ਡਰਾਈਵਰ ਤੇ ਪੈਸੰਜਰ ਦੋਵੇਂ ਗੱਡੀ ਛੱਡ ਕੇ ਉੱਥੇ ਦੌੜਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ। ਪਰ ਆਰਸੀਐਮਪੀ ਨੇ ਜਲਦੀ ਉਹਨਾਂ ਨੂੰ ਉਹਦੇ ਤੋਂ ਬਾਅਦ ਥੋੜ੍ਹੀ ਦੂਰ ਤੱਕ ਗਏ ਸੀ ਤੇ ਉਹਨਾਂ ਨੂੰ ਫੜ ਲਿਆ। ਤੇ ਜਦੋਂ ਦੌੜ ਰਹੇ ਸੀ ਤਾਂ ਉਹਨਾਂ ਦਾ ਇੱਕ ਲੋਡਡ ਹੈਂਡਗਨ ਉਹਨਾਂ ਦੀ ਡਿੱਗ ਪਈ। ਜਿਹੜੀ ਪੁਲਿਸ ਨੇ, ਸਰੀ ਗੈਂਗ ਐਨਫੋਰਸਮੈਂਟ ਟੀਮ ਦੇ ਆਫੀਸਰ ਨੇ, ਉਹ ਫਾਇਰ ਆਰਮ ਉੱਥੋਂ ਲੈ ਲਏ। ਤੇ ਦੱਸਿਆ ਜਾ ਰਿਹਾ ਕਿ ਇਹਨਾਂ ਦੀ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਆ। ਲੋਕਮੈਨ ਅਬਦੁੱਲਾ ਮੌਂਟਰੀਅਲ ਦਾ ਰਹਿਣ ਵਾਲਾ ਆ, ਜਿਹਦੇ ਉੱਤੇ ਚਾਰਜ ਲੱਗੇ ਆ ਇਸ ਫਾਇਰ ਆਰਮ ਓਫੈਂਸ ਦੇ, ਜਿਹਦੇ ਵਿੱਚ ਕਿ ਲੋਡਡ, ਪ੍ਰੋਹਿਬਿਟਡ, ਰਿਸਟ੍ਰਿਕਟਡ ਜਿਹੜੇ ਹਥਿਆਰ ਆ ਉਹ ਰੱਖਣ ਦੇ ਚਾਰਜ ਵੀ ਉਹਦੇ ਉੱਤੇ ਲਾਏ ਗਏ ਆ ਤੇ ਉਹ ਕਸਟਡੀ ਦੇ ਵਿੱਚ ਆ। ਇਹ ਵੀ ਦੱਸਿਆ ਗਿਆ ਕਿ ਮਾਲੀ ਜੀਨ, ਇੱਕ ਬਰਨਬੀ ਦਾ ਰਹਿਣ ਵਾਲਾ ਵਿਅਕਤੀ ਆ, ਉਹਨੂੰ ਅੱਗੇ ਇਨਵੈਸਟੀਗੇਸ਼ਨ ਦੇ ਲਈ ਉਹਦੇ ਉੱਤੇ ਵੀ ਚਾਰਜ ਲਾਏ ਜਾ ਰਹੇ ਆ ਤੇ ਜਿਹੜਾ ਉਹਨੂੰ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਲੱਭਿਆ ਜਾ ਰਿਹਾ। ਸੋ ਪੁਲਿਸ ਮੰਗ ਕਰ ਰਹੀ ਹੈ ਕਿ ਜੇ ਕਿਸੇ ਕੋਲ ਵੀ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ ਆਰਸੀਐਮਪੀ ਨੂੰ 604 599 0502 ਜਾਂ ਕ੍ਰਾਈਮ ਸਟਾਪਰਸ ਨੂੰ, ਜੇ ਉਹ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ ਤਾਂ 1800 222 8477 ਦੇ ਉੱਤੇ ਕੰਟੈਕਟ ਕੀਤਾ ਜਾ ਸਕਦਾ। ਰੂਸ ਤੇ ਯੂਕਰੇਨ ਦੇ ਮਾਮਲੇ ਦੇ ਨਾਲ ਚੀਨ ਤੇ ਤਾਈਵਾਨ ਦਾ ਮਾਮਲਾ ਵੀ ਚਰਚਾ ਦੇ ਵਿੱਚ ਆ ਰਿਹਾ। ਪਿਛਲੇ ਦਿਨਾਂ ਦੇ ਵਿੱਚ ਕੁਝ ਗੱਲਾਂ ਸਾਹਮਣੇ ਆਈਆਂ ਸੀ ਕਿ ਜੇਕਰ ਰੂਸ ਯੂਕਰੇਨ ਦੇ ਉੱਤੇ ਹਮਲਾ ਕਰਕੇ ਉਹਨੂੰ ਆਪਣੇ ਵਿੱਚ ਰਲਾਉਣ ਦੀ ਕੋਸ਼ਿਸ਼ ਕਰ ਰਿਹਾ ਆ ਤਾਂ ਇਸੇ ਤਰ੍ਹਾਂ ਐਸੇ ਮੌਕੇ ਦਾ ਫਾਇਦਾ ਉਠਾ ਕੇ ਚੀਨ ਵੀ ਇਸੇ ਤਰ੍ਹਾਂ ਕਰ ਸਕਦਾ। ਤਾਈਵਾਨ ਦੇ ਨਾਲ ਉਹਦਾ ਵੀ ਰੌਲਾ ਰਹਿੰਦਾ ਤੇ ਤਾਈਵਾਨ ਦੇ ਉੱਤੇ ਹਮਲਾ ਕਰਕੇ ਉਹ ਵੀ ਉਹਨੂੰ ਨਾਲ ਰਲਾ ਸਕਦਾ। ਹੁਣ ਇਹ ਜਿਹੜੀਆਂ ਗੱਲਾਂ ਉੱਡਦੀਆਂ ਆ ਰਹੀਆਂ ਸੀ, ਇਹਨਾਂ ਦੇ ਬਾਰੇ ਕੁਛ ਨਾ ਕੁਛ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਜਿਹੜਾ ਈਸਟਰਨ ਯੂਰਪ ਦੇ ਵਿੱਚ ਜਿਹੜਾ ਕਨਫਲਿਕਟ ਆ, ਉਸ ਮਾਮਲੇ ਦੇ ਵਿੱਚ, ਤਾਈਵਾਨ ਦੇ ਮਾਮਲੇ ਦੇ ਵਿੱਚ, ਕੈਨੇਡਾ ਦੀ ਮਿਲਟਰੀ ਇੰਟੈਲੀਜੈਂਸ ਬ੍ਰਾਂਚ ਦੇ ਮੁਖੀ ਨੇ ਇਹ ਗੱਲ ਹੁਣ ਕਹਿ ਦਿੱਤੀ ਹੈ ਕਿ ਇਸ ਤਰ੍ਹਾਂ ਹੋ ਸਕਦਾ ਚੀਨ ਤਾਈਵਾਨ ਦੇ ਉੱਤੇ ਹਮਲਾ ਕਰ ਸਕਦਾ। ਮੇਜਰ ਜਨਰਲ ਮਾਈਕ ਰਾਈਟ ਨੇ ਕੱਲ੍ਹ ਜਾਣੀ ਕਿ ਬੁੱਧਵਾਰ ਨੂੰ ਹਾਊਸ ਆਫ ਕਾਮਨਸ ਦੀ ਡਿਫੈਂਸ ਕਮੇਟੀ ਦੇ ਸਾਹਮਣੇ ਇਹ ਗੱਲ ਦੱਸੀ ਆ। ਜੇਕਰ ਏਡੇ ਵੱਡੇ ਅਹੁਦੇ ਦੇ ਉੱਤੇ ਬੈਠਾ ਵਿਅਕਤੀ ਜਿਹੜਾ ਕਿ ਕੈਨੇਡਾ ਦੀ ਮਿਲਟਰੀ ਇੰਟੈਲੀਜੈਂਸ ਬ੍ਰਾਂਚ ਦਾ ਮੁਖੀ ਆ, ਮੇਜਰ ਜਨਰਲ ਮਾਈਕ ਰਾਈਟ, ਉਹ ਇਹ ਗੱਲ ਕਹਿ ਰਿਹਾ ਤਾਂ ਕੁਦਰਤੀ ਤੌਰ 'ਤੇ ਇਹਦੇ ਨਾਲ ਦੁਨੀਆ ਦੇ ਵਿੱਚ, ਕੈਨੇਡਾ ਦੇ ਵਿੱਚ ਇਸ ਜਿਹੜੀ ਚਿੰਤਾ ਆ ਸ਼ੁਰੂ ਹੋ ਗਈ ਆ।
ਕੈਨੇਡਾ ਇਸ ਵੇਲੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰ ਕਰ ਰਿਹਾ ਜਾਂ ਇਸ ਤਰੀਕੇ ਨਾਲ ਦੇਖ ਰਿਹਾ ਕਿ ਜਿਸ ਤਰ੍ਹਾਂ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਥਿਤੀਆਂ ਬਣ ਰਹੀਆਂ, ਉਹ ਸਾਰੇ ਕੁਛ ਦੇ ਵਿੱਚ ਕੈਨੇਡਾ ਕਿੱਥੇ ਕੁ ਖੜਾ ਆ, ਇਹਦਾ ਯੋਗਦਾਨ ਕਿੱਥੇ ਹੈ ਜਾਂ ਕੀ ਇਹ ਲੜਨ ਦੇ ਜਾਂ ਕਿਸੇ ਸਥਿਤੀ ਦੇ ਵਿੱਚ ਕਾਬਲ ਹੈਗਾ। ਉਹ ਸਾਰੇ ਕੁਛ ਦੇ ਵਿੱਚ ਜਿਹੜੀ ਇਹ ਸਪੈਕੂਲੇਸ਼ਨ ਆ ਰਹੀ ਸੀ, ਸਿਕਿਉਰਿਟੀ ਤੇ ਇੰਟੈਲੀਜੈਂਸ ਐਕਸਪਰਟ ਚਾਈਨਾ ਦੇ ਤਾਈਵਾਨ ਵੱਲ ਜਾਣ ਦੇ ਰਿਸਕ ਵਿੱਚ ਇਹ ਰਿਮਾਰਕਸ ਬਹੁਤ ਮਹੱਤਵਪੂਰਨ ਮੰਨੇ ਜਾ ਰਹੇ ਆ, ਜਿਹੜੇ ਕਿ ਸੀਨੀਅਰ ਇੰਟੈਲੀਜੈਂਸ ਅਫੀਸ਼ੀਅਲ ਦੁਆਰਾ ਦਿੱਤੇ ਗਏ ਆ। ਇੱਕ ਵੀਕ ਪਹਿਲਾਂ ਥੋੜ੍ਹਾ ਜਿਹਾ ਕੰਸਰਨ ਇਸ ਮਾਮਲੇ ਦੇ ਵਿੱਚ ਆਇਆ ਸੀ ਕਿ ਜੇ ਚੀਨ ਇਸ ਮੌਕੇ ਦਾ ਫਾਇਦਾ ਉਠਾ ਲੈਂਦਾ ਆ, ਉਸ ਵੇਲੇ ਇਹਦਾ ਕੀ ਬਣੂਗਾ। 4 ਪਾਰਟੀਆਂ ਦੀ ਕਮੇਟੀ ਦੇ ਸਾਹਮਣੇ ਜਿਹੜੇ ਮਿਸਟਰ ਰਾਈਟ ਨੇ ਉਹ ਆਪਣੀ ਗੱਲਬਾਤ ਦੱਸ ਰਹੇ ਸੀ। ਇਸ ਵੇਲੇ ਇਸ ਗੱਲ ਦੀ ਜਿਹੜੀ ਰੈਡੀਨੈਸ ਆਫ ਕੈਨੇਡੀਅਨ ਮਿਲਟਰੀ ਆ ਉਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਕਿ ਕਿਸ ਸਥਿਤੀ ਦੇ ਵਿੱਚ ਇੰਟਰਨੈਸ਼ਨਲ ਕ੍ਰਾਈਸਿਸ ਜਿਹੜਾ ਸਾਡੇ ਸਾਹਮਣੇ ਆਇਆ ਆ ਉਹਦੇ ਹਿਸਾਬ ਨਾਲ ਕੀ ਹੁੰਦਾ ਆ। ਇੱਕ ਪਾਸੇ ਹੁਣ ਜਿੰਨੀਆਂ ਵੈਸਟਰਨ ਨੇਸ਼ਨਸ ਨੇ, ਇਹਨਾਂ ਨੇ ਮਾਸਕੋ ਦੇ ਉਸ ਐਕਸ਼ਨ ਨੂੰ ਰਿਸਪੌਂਡ ਕੀਤਾ, ਉਹਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ, ਉਹਦੇ 'ਤੇ ਪਾਬੰਦੀਆਂ ਲਾ ਦਿੱਤੀਆਂ। ਇਹ ਸਾਰਾ ਕੁਛ ਉਹਨਾਂ ਨੇ ਇਕਨੋਮਿਕ ਸੈਂਕਸ਼ਨਸ ਲਾਈਆਂ, ਉਹਨਾਂ ਦੇ ਰੂਸ ਦੇ ਬੈਂਕਿੰਗ ਸਿਸਟਮ ਨੂੰ ਟਾਰਗੇਟ ਕੀਤਾ, ਉਹਦੇ ਵਲਾਦੀਮੀਰ ਪੁਤਿਨ ਦੇ ਇਨਰ ਸਰਕਲ ਨੂੰ ਟਾਰਗੇਟ ਕੀਤਾ, ਅਤੇ ਇਹ ਸਾਰੇ ਕੁਛ ਦਾ ਫਿਰ ਜਵਾਬ ਉਹਦਾ ਸਾਥੀ ਜਿਹੜਾ ਆ ਉਹ ਦਊਗਾ, ਅਤੇ ਸਾਥੀ ਰੂਸ ਦਾ ਇੱਕੋ ਇੱਕ ਆ, ਚੀਨ। ਹਾਲਾਂਕਿ ਇਹਨੂੰ ਇਸ ਤਰੀਕੇ ਦੇ ਨਾਲ ਵੀ ਦੇਖਿਆ ਜਾ ਰਿਹਾ ਕਿ ਦੋ ਜਿਹੜੀਆਂ ਪਾਵਰਸ ਨੇ ਦੁਨੀਆ ਦੇ ਵਿੱਚ, ਉਹਨਾਂ ਦੀ ਆਪਸ ਦੇ ਵਿੱਚ ਅਮਰੀਕਾ ਅਤੇ ਰੂਸ ਦੀ ਆਪਸ ਦੇ ਵਿੱਚ ਟਕਰਾਅ ਦੇ ਵਿੱਚ ਚੀਨ ਉੱਧਰਲੇ ਪਾਸੇ ਜਾ ਰਿਹਾ, ਕਿਉਂਕਿ ਅਮਰੀਕਾ ਦੇ ਨਾਲ ਵੀ ਉਹਦਾ ਰੌਲਾ ਆ। ਦੋਵੇਂ ਪਹਿਲੇ ਨੰਬਰ ਦੀ ਸਥਿਤੀ ਦੇ ਲਈ ਇੱਕ ਵਾਰੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਸਟਰਗਲ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ, ਅਤੇ ਸਮਾਂ ਇਹ ਵੀ ਕਹਿ ਰਿਹਾ ਕਿ ਹੁਣ ਸਮਾਂ ਆ ਗਿਆ ਕਿ ਇਹ ਜਿਹੜੀ ਗਲੋਬਲ ਪਾਵਰਸ ਨੇ ਇਹ ਇੱਕ ਥਾਂ ਤੋਂ ਦੂਜੀ ਥਾਂ ਵੱਲ ਸ਼ਿਫਟ ਹੁੰਦੀਆਂ ਰਹਿੰਦੀਆਂ ਨੇ, ਅਤੇ ਹੁਣੇ ਵੇਲਾ ਆ ਕੇ ਉੱਧਰਲੇ ਪਾਸੇ ਚੀਨ ਵਾਲੇ ਪਾਸੇ ਇਹ ਪਾਵਰ ਜਾ ਸਕਦੀ ਆ। ਸੋ ਇਸ ਵੇਲੇ ਜਿਸ ਤਰ੍ਹਾਂ ਦਾ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਰਿਐਕਸ਼ਨ ਆਇਆ, ਖਾਸ ਕਰਕੇ ਵੈਸਟ ਅਤੇ ਨੈਟੋ ਵੱਲੋਂ, ਉਹ ਸਾਰਾ ਚੀਨ ਨੂੰ ਇਸ ਗੱਲ ਦੇ ਲਈ ਉਕਸਾ ਵੀ ਰਿਹਾ ਆ ਕਿ ਉਹ ਇਸ ਵੇਲੇ ਤਾਈਵਾਨ ਦੇ ਉੱਤੇ, ਤਾਈਵਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਨਾਲ ਰੀਯੂਨਾਈਟ ਕਰਕੇ ਅਤੇ ਬੀਜਿੰਗ ਦੀ ਅਥਾਰਟੀ ਦੇ ਥੱਲੇ ਲੈ ਆਵੇ। ਦੂਜੀ ਵਰਲਡ ਵਾਰ ਤੋਂ ਬਾਅਦ ਜਿਹੜੇ ਰਿਪਬਲਿਕ ਆਫ ਚਾਈਨਾ ਆ, ਇਹਨਾਂ ਨੇ ਜਿਹੜੀਆਂ ਕਮਿਊਨਿਸਟ ਵਿਕਟਰੀਜ਼ ਇੱਥੇ ਹੋਈਆਂ, ਅਤੇ ਉਹਦੇ ਤੋਂ ਬਾਅਦ ਜਿਹੜਾ ਤਾਈਵਾਨ ਦਾ ਕੰਟਰੋਲ ਲੈ ਰਿਹਾ ਸੀ ਜਿਹੜੀ ਚੀਨ ਦੀ ਕਮਿਊਨਿਸਟ ਪਾਰਟੀ, ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਜਿਹੜਾ ਇਹਨੂੰ ਰੀਟੇਕ ਕਰ ਲੈਣਗੇ ਇਸ ਆਈਲੈਂਡ ਨੂੰ ਫੋਰਸ ਦੇ ਨਾਲ ਵੀ, ਜੇਕਰ ਉਹਨਾਂ ਨੂੰ ਲੱਗਿਆ ਤਾਂ। ਅਤੇ ਤਾਈਵਾਨ ਦੂਜੇ ਪਾਸੇ ਇਹ ਕਹਿ ਰਿਹਾ ਕਿ ਅਸੀਂ ਇੱਕ ਮਤਲਬ ਇੰਡੀਪੈਂਡੈਂਟ ਸਟੇਟ ਆ, ਸਾਡਾ ਇੱਕ ਜਿਹੜੀ ਖੁਦ ਮੁਖਤਿਆਰ ਹੋਂਦ ਆ, ਸਾਡੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਉਸ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਟੈਂਸ਼ਨ ਚੀਨ ਅਤੇ ਤਾਈਵਾਨ ਦੀ ਲੰਬੇ ਸਮੇਂ ਤੋਂ ਹੈਗੀ ਆ। ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਚੀਨ ਦੀ ਏਅਰ ਫੋਰਸ ਆ, ਉਹਨਾਂ ਨੇ ਆਈਲੈਂਡ ਦੇ ਉੱਤੇ ਲਗਾਤਾਰ ਆਪਣੇ ਜਹਾਜ਼ ਭੇਜ ਕੇ ਜਾਂ ਫਲਾਈਟਸ ਭੇਜ ਕੇ ਉੱਥੇ ਉਹਨਾਂ ਨੂੰ ਟੈਸਟ ਕੀਤਾ। ਰੌਲਾ ਰੱਪਾ ਪਹਿਲਾਂ ਵੀ ਪੈਂਦਾ ਰਿਹਾ ਆ, ਅਤੇ ਹੁਣ ਇਸ ਵੇਲੇ ਦੇਖਣ ਦੇ ਵਿੱਚ ਆ ਰਿਹਾ ਕਿ ਕੀ ਉਹ ਤਾਈਵਾਨ ਨੂੰ ਆਪਣੇ ਵਿੱਚ ਨਾਲ ਰਲਾਉਣ ਦੀ ਕੋਸ਼ਿਸ਼ ਕਰਦਾ ਆ। ਕੈਨੇਡਾ ਦੇ ਟੌਪ ਦੇ ਜਿਹੜੇ ਇੰਟੈਲੀਜੈਂਸ ਅਫੀਸ਼ੀਅਲਸ ਵੱਲੋਂ ਇਸ ਗੱਲਬਾਤ ਬਾਰੇ ਦੱਸਣਾ ਸੱਚਮੁੱਚ ਜਿਹੜੀ ਇੱਕ ਚਿੰਤਾ ਵਾਲੀ ਗੱਲ ਆ ਕਿ ਜਿੱਥੇ ਲੋਕ ਆਸ ਕਰ ਰਿਹਾ ਕਿ ਇੱਕ ਪਾਸੇ ਲੜਾਈ ਖਤਮ ਹੋ ਜਾਵੇ, ਉਹਦੇ ਨਾਲ ਨਾਲ ਤਿਆਰੀ ਦੂਜੇ ਪਾਸੇ ਵੀ ਹੋ ਸਕਦੀ ਆ, ਅਤੇ ਦੁਨੀਆ ਇੱਕ ਵਾਰੀ ਫਿਰ ਸੰਕਟ ਦੇ ਵਿੱਚ ਜਾ ਸਕਦੀ ਹੈ। ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਵਾਰੀ ਚਰਚਾ ਦੇ ਵਿੱਚ ਰਹਿੰਦੀਆਂ। ਵੈਨਕੂਵਰ ਦੇ ਵਿੱਚ ਇੱਕ ਪੈਂਟ ਹਾਊਸ ਦੀ ਜਿਹੜੀ ਕੀਮਤ ਆ ਉਹ ਇੰਨੀ ਜ਼ਿਆਦਾ ਆ ਕਿ ਇਹਨੇ ਚਰਚਾ ਛਿੜੀ ਹੋਈ ਆ ਆਲੇ ਦੁਆਲੇ। ਇੱਕ ਹੁਣ ਤੱਕ ਦੀਆਂ ਜਿੰਨੀਆਂ ਕੋਂਡੋ ਦੀਆਂ ਲਿਸਟਿੰਗ ਆ, ਉਹਦੇ ਵਿੱਚ ਇਸ ਕੋਂਡੋ ਦੀ ਕੀਮਤ ਕਾਫੀ ਜ਼ਿਆਦਾ ਦੱਸੀ ਜਾ ਰਹੀ ਆ, $49 ਮਿਲੀਅਨ। $49 ਮਿਲੀਅਨ ਦਾ ਇਹ ਕੋਂਡੋ ਵੈਨਕੂਵਰ ਦੇ ਵਿੱਚ ਲਿਸਟ ਕੀਤਾ ਗਿਆ ਓਸ਼ਨ ਫਰੰਟ ਦੇ ਉੱਤੇ, ਕੋਲ ਹਾਰਬਰ ਦੇ ਵਿੱਚ, ਅਤੇ ਰੀਅਲਟਰ ਇਹਨੂੰ ਬੈਸਟ ਆਫ ਬੈਸਟ ਕਹਿ ਰਿਹਾ ਵੀ ਵਧੀਆ ਦੇ ਵਿੱਚੋਂ ਵਧੀਆ ਇਹ ਆ। ਘਰਾਂ ਦੀਆਂ ਕੀਮਤਾਂ ਕੁਦਰਤੀ ਬਹੁਤ ਜ਼ਿਆਦਾ ਆ। ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਦੀ ਕੀਮਤ ਕਈ ਵਾਰੀ ਜ਼ਿਆਦਾ ਹੁੰਦੀ ਹੈ ਜਿਹੜੀ ਸਮੁੰਦਰ ਦੇ ਕੰਢੇ ਜਾਂ ਕਿਸੇ ਟਿਕਾਣੇ 'ਤੇ ਹੋਵੇ, ਪਰ ਫਿਰ ਵੀ ਇੱਕ ਕੋਂਡੋ ਦੀ ਕੀਮਤ $49 ਮਿਲੀਅਨ ਵੈਨਕੂਵਰ ਦੇ ਵਿੱਚ ਹੋ ਸਕਦੀ ਆ, ਤਾਂ ਬਾਕੀ ਥਾਵਾਂ ਦਾ ਕੀ ਹੋ ਸਕਦਾ ਉਹਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ। ਜਿਹੜੀ ਕੋਂਡੋ ਬਿਲਡਿੰਗ ਆ 3 ਹਾਰਬਰ ਗ੍ਰੀਨ ਕਿਹਾ ਜਾ ਰਿਹਾ, ਜਿਹੜੀ ਬਹੁਤ ਚੰਗੀ ਤਰ੍ਹਾਂ ਇਹਨੂੰ ਉਹਨਾਂ ਨੇ ਬਣਾਇਆ ਹੈ। ਇਹਦੇ ਅੰਦਰੋਂ ਦੇਖਣ ਵਾਲਾ ਇਹ ਸਾਰਾ ਕੁਝ 13,000 ਸਕੁਅਰ ਫੁੱਟ ਏਰੀਆ ਦੱਸਦੇ ਆ, ਔਰ ਵੈਸਟਰਨ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਕੋਂਡੋ ਆ 13,000 ਸਕੁਅਰ ਫੁੱਟ। ਰੀਅਲਟਰ ਇਹ ਗੱਲਬਾਤ ਦੱਸ ਰਿਹਾ ਆ, ਅਤੇ ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜਾ ਲਗਜ਼ਰੀ ਓਸ਼ੀਅਨ ਫਰੰਟ ਪੈਂਟ ਹਾਊਸ ਆ ਉਹ ਪੂਰੀ ਦੇਸ਼ ਦੇ ਵਿੱਚ, ਪੂਰੇ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਇਹ ਆ 13,000 ਸਕੁਅਰ ਫੁੱਟ ਦਾ। 4 ਬੈਡਰੂਮ ਆ, 5 ਬਾਥਰੂਮ ਆ ਇਸ ਘਰ ਦੇ ਵਿੱਚ। 277 ਥਰਲੋ ਸਟਰੀਟ ਦੇ ਉੱਤੇ ਹੈਗਾ ਆ, ਅਤੇ ਨਾਰਥ ਸ਼ੋਰ ਮਾਊਂਟੇਨ ਦਾ ਬਹੁਤ ਸੋਹਣਾ ਵਿਊ ਇੱਥੋਂ ਮਿਲਦਾ ਆ। ਓਸ਼ੀਅਨ ਅਤੇ ਸਿਟੀ ਸਕਾਈ ਲਾਈਨ, ਇਸੇ ਤਰ੍ਹਾਂ ਹੀ
ਜਿਹੜੇ ਲੈਂਡਮਾਰਕਸ ਹੈਗੇ ਆ, ਲਾਇਨਸ ਗੇਟ ਬ੍ਰਿਜ, ਸਟੈਨਲੀ ਪਾਰਕ, ਸਾਰਾ ਕੁਝ ਇੱਥੋਂ ਦਿਸਦਾ। ਤੇ ਸ਼ੀਸ਼ੇ ਦੇ ਵਿੱਚ ਜਦੋਂ ਬਾਹਰ ਦੇਖਦੇ ਆ ਤੇ ਇਹਦਾ ਨਜ਼ਾਰਾ ਵੀ ਆਪਣਾ ਹੀ ਆ। ਪਰ ਫਿਰ ਵੀ ਜਿਹੜੀ ਚਰਚਾ ਇਸ ਗੱਲ ਦੀ ਮਾਰਕੀਟ ਦੇ ਵਿੱਚ ਹੋ ਰਹੀ ਆ ਕਿ $49 ਮਿਲੀਅਨ ਬਹੁਤ ਜ਼ਿਆਦਾ ਹੁੰਦੇ ਆ। ਇਹਨੂੰ ਬਹੁਤ ਚੰਗੀ ਤਰ੍ਹਾਂ ਕਹਿੰਦੇ ਡਿਜ਼ਾਈਨ ਕੀਤਾ ਗਿਆ, ਕੁਝ ਖਾਸ ਥਾਂ ਦੇ ਨਾਲ ਵੱਡੇ ਲੋਕਾਂ ਨੇ ਇਹਦੇ ਵਿੱਚ ਜਿਹੜੀ ਇਹਦਾ ਇੰਟੀਰੀਅਰ ਕੀਤਾ ਆ। ਇਸੇ ਤਰ੍ਹਾਂ ਜਿਹੜੇ ਬਹੁਤ ਸਾਰੇ ਐਲੀਮੈਂਟਸ ਇਹਦੇ ਵਿੱਚ ਲਾਏ ਗਏ ਆ। ਫਲੋਰਿੰਗ ਜਿਹੜੀ ਓਨਿਕਸ ਤੇ ਮਾਰਬਲ ਦੀ ਆ, ਸੋਲਿਡ ਓਕ ਹਾਰਡਵੁੱਡ ਆ, ਬਲੋਨ ਗਲਾਸ ਆ, 100 ਫੀਟ ਉੱਚਾ ਜਿਹੜੀ ਸਟੋਨ ਦੀ ਫਾਇਰ ਪਲੇਸ ਆ, ਮਾਫੀ ਚਾਹੁੰਦਾ 10 ਫੀਟ ਉੱਚੀ, 10 ਫੁੱਟ ਉੱਚੀ ਜਿਹੜੀ ਸਟੋਨ ਫਾਇਰ ਪਲੇਸ ਆ। ਇਸੇ ਤਰ੍ਹਾਂ ਹੀ ਇਹ ਪੈਂਟ ਹਾਊਸ 2012 ਦੇ ਵਿੱਚ ਬਣਿਆ ਸੀ ਤੇ ਇਹਨੂੰ 2016 ਦੇ ਵਿੱਚ ਰੀਡਿਜ਼ਾਈਨ ਕੀਤਾ ਗਿਆ, ਜਿਹਦੇ ਵਿੱਚ ਇੱਕ ਬਾਲਕੋਨੀ ਤੇ 2 ਰੂਫਟਾਪ ਟੈਰੇਸਿਸ ਜਿਹੜੀਆਂ ਉਹ ਹੈਗੀਆਂ ਆ। ਤੇ ਇਹਨੂੰ ਬਹੁਤ ਇਹ ਉਹਦੇ ਨਾਲ ਜਿਹੜੀ ਇਹਦੀ ਸਿਕਿਉਰਿਟੀ ਆ ਉਹ ਵੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਆ। ਬਹੁਤ ਸਾਰੇ ਲੋਕ ਦੇਸ਼ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਵੀ ਰਹਿੰਦੇ ਆ ਜਿੱਥੇ ਕੀਮਤਾਂ ਬਹੁਤ ਜ਼ਿਆਦਾ ਹੁੰਦੀਆਂ ਮਾਰਕੀਟ ਦੇ ਨਾਲੋਂ, ਤੇ ਬਹੁਤ ਸਾਰੇ ਜਿਹੜੇ ਸਟਰਗਲ ਕਰਦੇ ਆ ਇਸ ਥਾਂ ਦੇ ਉੱਤੇ। ਜਦੋਂ ਘਰ ਲੈਣਾ ਹੁੰਦਾ ਵੱਡਾ, ਘਰ ਤੋਂ ਪਹਿਲਾਂ ਲੋਕ ਫਿਰ ਨਹੀਂ ਲਿਆ ਜਾਂਦਾ ਤਾਂ ਛੋਟਾ ਘਰ ਲੈ ਲੈਂਦੇ, ਉਹਦੇ ਤੋਂ ਬਾਅਦ ਕੋਈ ਡਿਊਪਲੈਕਸ ਲੈ ਲੈਂਦੇ, ਟਾਊਨ ਹਾਊਸ ਲੈ ਲੈਂਦੇ ਆ, ਤੇ ਫਿਰ ਅਪਾਰਟਮੈਂਟ ਜਾਂ ਕੌਂਡੋ ਸਭ ਤੋਂ ਥੱਲਿਓਂ ਲੋਕ ਸ਼ੁਰੂ ਕਰਦੇ ਆ ਵੀ ਕੌਂਡੋ ਲੈ ਲਈਏ ਜਾਂ ਇਸ ਥਾਂ ਦੇ ਉੱਤੇ ਅਸੀਂ ਮੂਵ ਹੋ ਜਾਈਏ। ਪਰ ਇਹ ਕੌਂਡੋ ਹੀ ਜਿਹੜਾ ਆ ਸਭ ਤੋਂ ਮਹਿੰਗੀ ਕੀਮਤ ਵਾਲਾ ਦੱਸਿਆ ਜਾ ਰਿਹਾ ਆ ਵੈਨਕੂਵਰ ਇਲਾਕੇ ਦੇ ਵਿੱਚ, ਜਿੱਥੇ ਅਫੋਰਡੇਬਿਲਟੀ ਇੱਕ ਬਹੁਤ ਵੱਡਾ ਇਸ਼ੂ ਆ। ਪ੍ਰੋਵਿੰਸ਼ੀਅਲ ਸਰਕਾਰ ਤੇ ਫੈਡਰਲ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਕਿ ਮਾਰਕੀਟ ਨੂੰ ਕੂਲ ਕੀਤਾ ਜਾਵੇ, ਇਹਨੂੰ ਠੰਡਾ ਕੀਤਾ ਜਾਵੇ। ਪਰ ਇਸ ਤਰ੍ਹਾਂ ਦੇ ਜਿਹੜੇ ਲਗਜ਼ਰੀ ਹੋਮਸ ਨੇ ਉਹ ਵੀ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਨੇ। ਜਿਹੜੇ 4 ਮਿਲੀਅਨ ਤੋਂ ਉੱਪਰ ਵਾਲੇ ਘਰ ਸੀਗੇ ਉਹ ਵੀ ਕਾਫੀ ਉਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਲਿਸਟਿੰਗ ਵਧੀ ਆ। ਜਿੱਦਾਂ ਜਿੱਦਾਂ ਕੀਮਤਾਂ ਵਧੀਆਂ ਉੱਦਾਂ ਇਹਨਾਂ ਦੀ ਲਿਸਟਿੰਗ ਦੇ ਵਿੱਚ ਵੀ ਦੱਸਦੇ ਆ ਹੁਣ, ਕਿਉਂਕਿ ਘੱਟ ਕੀਮਤ ਵਾਲੇ ਘਰਾਂ ਦੀ ਮਾਰਕੀਟ ਤੇਜ਼ ਹੋਈ ਆ ਤਾਂ ਜਿਹੜੇ ਲਗਜ਼ਰੀ ਹੋਮਸ ਨੇ ਇਹਨਾਂ ਦੇ ਵਿੱਚ ਵੀ ਹਿਲਜੁਲ ਸ਼ੁਰੂ ਹੋਈ ਹੈ। ਇਹਨਾਂ ਦੀਆਂ ਕੀਮਤਾਂ ਵੀ ਕਾਫੀ ਜ਼ਿਆਦਾ ਪਿਛਲੇ ਸਮੇਂ ਨਾਲੋਂ ਵਧੀਆਂ। ਪਰ 49 ਮਿਲੀਅਨ ਦਾ ਵੈਨਕੂਵਰ ਦੇ ਵਿੱਚ ਕੌਂਡੋ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ontario ਦੇ ਟਾਪ ਹੈਲਥ ਅਫੀਸ਼ੀਅਲ ਕਹਿ ਰਿਹਾ ਹੈ ਕਿ ਪ੍ਰੋਵਿੰਸ ਆਪਣੇ ਟਰੈਕ ਦੇ ਉੱਤੇ ਆ ਤੇ ਮਾਸਕ ਮੈਂਡੇਟ ਇਸ ਮਹੀਨੇ ਦੇ ਆਖਰ ਤੱਕ ਹਟ ਜਾਣਾ। ontario ਦੇ ਵਿੱਚ ਪਹਿਲਾਂ ਵੀ ਗੱਲਬਾਤ ਕੀਤੀ ਸੀ, ਕਾਫੀ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਉਹ ਹਟਾ ਦਿੱਤੀਆਂ ਗਈਆਂ, ਤੇ ਹੁਣ ਜਿਸ ਤਰ੍ਹਾਂ ਦੇ ਉੱਥੋਂ ਸਾਈਨਸ ਆ ਰਹੇ ਆ ਉਹ ਸੁਜੈਸਟ ਕਰ ਰਹੇ ਆ ਕਿ ਜਿਹੜਾ ਇਹ ਜਲਦੀ ਮਾਸਕ ਜਿਹੜਾ ਆ ਹਟਾ ਦਿੱਤਾ ਜਾਊਗਾ। ਭਾਵੇਂ ਕਿ ਇਸ ਵੇਲੇ ਇੱਕ ਦੂਜੀ ਚਿੰਤਾ ਪਈ ਆ, ਜਿਹੜੀ ਓਮੀਕਰੋਨ ਦਾ ਸਬ ਵੇਰੀਐਂਟ ਆ BA.2, ਇਹਨੇ ਚਿੰਤਾ ਪਾਈ ਆ। ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੋਮੀਨੈਂਟ ਹੋ ਜਾਣਾ ਆ। ਪਰ ਬਾਵਜੂਦ ਇਹਦੇ ਜਿਹੜੇ ਸਾਇੰਸ ਦੱਸ ਰਿਹਾ, ਡਾਕਟਰ ਦੱਸਦੇ ਆ ਕਿ ਅਸੀਂ ਟਰੈਕ ਦੇ ਉੱਤੇ ਆ ਤੇ ਇਸ ਮਹੀਨੇ ਦੇ ਆਖਰ ਤੱਕ ਮਾਸਕ ਹਟ ਜਾਣਗੇ। ਚੀਫ ਮੈਡੀਕਲ ਆਫੀਸਰ ਉੱਥੋਂ ਦੇ ਜਿਹੜੇ ਹੈਲਥ ਦੇ ਹੈਗੇ ਨੇ, ਉਹਨਾਂ ਨੇ ਇਹ ਗੱਲਬਾਤ ਦੱਸੀ ਆ। ਜਿਹੜੀ ਅੱਜ ਆਫਟਰਨੂਨ ਵੀਰਵਾਰ ਨੂੰ ਪ੍ਰੈਸ ਬਰੀਫਿੰਗ ਕੀਤੀ ਆ, ਉਹਦੇ ਵਿੱਚ ਇਹ ਗੱਲਬਾਤ ਦਿੱਤੀ ਆ। ਜਿਹੜੀ ਮਾਡਲਿੰਗ ਦਿੱਤੀ ਜਾਂਦੀ ਆ ਉਹਦੇ ਵਿੱਚ ਪੁਆਇੰਟ ਇੱਕੋ ਹੀ ਆ ਕਿ ਜਿਹੜਾ BA.2 ਜਿਹੜਾ ਸਬ ਵੇਰੀਐਂਟ ਆ ਓਮੀਕਰੋਨ ਦਾ, ਇਹ ਡੋਮੀਨੈਂਟ ਬਣ ਰਿਹਾ ਹੈ। ਤੇ ਇਹ ਡੋਮੀਨੈਂਟ ਕਹਿੰਦੇ ਇਹਨੇ ਜਿੱਦਾਂ ਪਹਿਲਾਂ ਡੈਲਟਾ ਵੇਰੀਐਂਟ ਆਇਆ, ਫਿਰ ਓਮੀਕਰੋਨ ਵੇਰੀਐਂਟ ਆਇਆ, ਤੇ ਹੁਣ ਓਮੀਕਰੋਨ ਤੋਂ ਬਾਅਦ ਇਹਦਾ ਇੱਕ ਸਬ ਵੇਰੀਐਂਟ BA.2, ਇਹ ਮਿਡ ਮਾਰਚ ਤੱਕ, ਮਤਲਬ ਇਸ ਮਹੀਨੇ ਦੇ ਅੱਧ ਤੱਕ 15 ਮਾਰਚ ਦੇ ਨੇੜੇ ਤੇੜੇ ਇਹ ਜਿਹੜਾ ਡੋਮੀਨੈਂਟ ਹੋ ਸਕਦਾ ਆ। ਪਰ ਇਹ ਨਹੀਂ ਪਤਾ ਲੱਗਦਾ ਕਿ ਇਹ ਕਿਸ ਤਰੀਕੇ ਦਾ ਹੈ, ਪਹਿਲੇ ਵੇਰੀਐਂਟਸ ਨਾਲੋਂ ਕਿੰਨਾ ਵੱਖਰਾ ਹੈ। ਸੋ ਇੱਕ ਇਹ ਕਾਰਨ ਨੂੰ ਵਿੱਚ ਰੱਖ ਕੇ ਅਦਰਵਾਈਜ਼ ਜਿਹੜੇ ਬਾਕੀ ਸਾਇੰਸ ਹੈਗੇ ontario ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਇਸ ਮਹੀਨੇ ਦੇ ਆਖਰ ਤੱਕ ਮਾਸਕ ਹਟਾ ਲਏ ਜਾਣਗੇ। ਕਾਫੀ ਕੌਨਫੀਡੈਂਟ ਨੇ ਉਹ, ਕਹਿੰਦੇ ਅਸੀਂ ਹਜੇ ਵੀ ਮਾਸਕ ਮੈਂਡੇਟ ਜਿਹੜਾ ਚੱਕਣ ਦੇ ਯੋਗ ਹੋਵਾਂਗੇ ਇਨਡੋਰ ਸੈਟਿੰਗ ਦੇ ਵਿੱਚ ਮਾਰਚ ਐਂਡ ਤੱਕ, ਤੇ ਬਾਕੀ ਜਿਹੜੀਆਂ ਬਹੁਤ ਸਾਰੀਆਂ ਹੋਰ ਪਾਬੰਦੀਆਂ ਰਹਿੰਦੀਆਂ ਆ ਉਹ ਵੀ ਹਟਾ ਦਿੱਤੀਆਂ ਜਾਣਗੀਆਂ। ਇੱਕ ਆਸ ਦੇ ਨਾਲ ਕਿ ਇਹ ਕੋਵਿਡ ਜਿੱਦਾਂ ਖਤਮ ਹੋ ਰਿਹਾ, ਇਹਦੀਆਂ ਪਾਬੰਦੀਆਂ ਉਸੇ ਤਰੀਕੇ ਦੇ ਨਾਲ ਖਤਮ ਹੋਣਗੀਆਂ ਤੇ ਜਲਦੀ ਇਸ ਸਪਰਿੰਗ ਦੇ ਵਿੱਚ ਸਾਰਾ ਕੁਝ ਇਸ ਪੈਂਡੈਮਿਕ ਤੋਂ ਪਹਿਲਾਂ ਵਰਗਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਅੱਜ ਕੱਲ੍ਹ ਬ੍ਰਿਟਿਸ਼ ਕੋਲੰਬੀਆ ਦੇ ਫਸਟ ਨੇਸ਼ਨ ਦੇ ਇੱਕ ਵਿਅਕਤੀ ਨਾਲ ਹੋਏ ਡਿਸਕ੍ਰਿਮੀਨੇਸ਼ਨ ਬਾਰੇ ਗੱਲ ਪਿਛਲੇ ਸਾਲ ਦੀ ਆ। 5 ਮਈ ਨੂੰ ਸਰੀ ਦੇ ਵਿੱਚ ਇੱਕ ਵਿਅਕਤੀ TD ਬੈਂਕ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਬੈਂਕ ਅਕਾਊਂਟ ਖੋਲ੍ਹਣ ਦੀ ਗੱਲਬਾਤ ਕਰਦਾ। ਇਸ ਵਿਅਕਤੀ ਦਾ ਨਾਮ ਸ਼ਰੀਫ ਮੁਹੰਮਦ ਭਾਮਜੀ। ਇਹਦੇ ਨਾਂ ਤੋਂ ਸ਼ਾਇਦ ਟੈਲਰ ਨੂੰ ਕੋਈ ਭੁਲੇਖਾ ਪੈ ਗਿਆ। ਉਹਨੇ ਬਾਰ-ਬਾਰ ਇਹਦੀ ਪੁੱਛ ਪੜਤਾਲ ਕੀਤੀ ਕਿ ਕੌਣ ਆ, ਕਿੱਥੋਂ ਆਇਆ, ਕੀ ਗੱਲਬਾਤ ਆ। ਦੱਸਦੇ ਆ ਕਿ ਉਹ ਵਿਅਕਤੀ ਨੇ ਅੱਜ ਹਿਊਮਨ ਰਾਈਟਸ ਕੰਪਲੇਂਟ ਫਾਈਲ ਕੀਤੀ ਆ ਆਪਣੇ ਨਾਲ ਹੋਏ ਇਸ ਵਿਤਕਰੇ ਸੰਬੰਧੀ। ਤੇ ਉਹ ਦੱਸਦਾ ਕਿ 5 ਮਈ ਨੂੰ ਜਦੋਂ ਉਹ ਪਿਛਲੇ ਸਾਲ TD ਬੈਂਕ ਦੀ ਇੱਕ ਬ੍ਰਾਂਚ ਦੇ ਵਿੱਚ ਸਰੀ ਦੇ ਵਿੱਚ ਜਾਂਦਾ ਤਾਂ ਟੈਲਰ ਨੇ ਉਹਨੂੰ ਬੈਂਕ ਅਕਾਊਂਟ ਖੋਲ੍ਹਣ ਨਹੀਂ ਦਿੱਤਾ ਤੇ ਰਿਫਿਊਜ਼ ਕਰ ਦਿੱਤਾ ਕਿ ਅਸੀਂ ਤੇਰਾ ਬੈਂਕ ਅਕਾਊਂਟ ਨਹੀਂ ਖੋਲ੍ਹਣਾ।
ਉਹਦੇ ਮਿਕਸਡ ਹੈਰੀਟੇਜ ਕਰਕੇ ਇਹ ਹੋਇਆ, ਉਹਦੀ ਇਸ ਕੌਮ ਕਰਕੇ ਉਹਦੇ ਨਾਲ ਇਹ ਧੱਕਾ ਹੋਇਆ। ਉਹ ਕਹਿੰਦੇ ਮੇਰੇ ਕਈ ਉਹਨਾਂ ਨੇ ID ਕਾਰਡਸ ਦੇਖੇ, ਉਹਦੇ ਤੋਂ ਬਾਅਦ ਮੈਂ ਖੜਿਆ ਰਿਹਾ, ਫਿਰ ਮੈਂ ਉੱਥੇ ਉਡੀਕ ਕਰਦਾ ਰਿਹਾ ਤੇ ਆਖਰਕਾਰ ਜਿਹੜਾ ਕਿਸੇ ਕਾਰਨ ਕਰਕੇ ਜਿਹੜਾ ਕਿ ਨਹੀਂ ਦੱਸਿਆ ਗਿਆ, ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਇਹ ਅਕਾਊਂਟ ਇੱਥੇ ਨਹੀਂ ਖੋਲ੍ਹ ਸਕਦੇ। ਉਹ ਕਹਿੰਦਾ ਮੈਂ ਔਨਲਾਈਨ ਅਕਾਊਂਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਔਨਲਾਈਨ ਤੋਂ ਬਾਅਦ ਮੈਂ ਬੈਂਕ ਦੇ ਵਿੱਚ ਚਲਿਆ ਗਿਆ ਤੇ ਇਹਦੇ ਨਾਲ ਮੇਰੇ ਨਾਲ ਜਿਹੜਾ ਇਹ ਵਿਤਕਰਾ ਮੇਰੇ ਨਾਂ ਕਰਕੇ, ਮੇਰੀ ਕੌਮ ਕਰਕੇ, ਮੇਰੀ ਰੇਸ ਕਰਕੇ ਹੋਇਆ, ਇਹਦਾ ਉਹਨੂੰ ਇਨਸਾਫ ਚਾਹੀਦਾ। ਇਹ ਵਿਅਕਤੀ ਜਿਹੜਾ ਕਿ ਹੋਲਿਸਟਿਕ ਫਸਟ ਨੇਸ਼ਨ ਦਾ ਮੈਂਬਰ ਆ, ਇਹਦੇ ਨਾਲ ਮੁਸਲਮਾਨ ਵੀ ਆ ਤੇ ਈਸਟ ਇੰਡੀਅਨ ਹੈਰੀਟੇਜ ਵੀ ਆ। ਹੁਣ ਇਹਦੇ ਕਰਕੇ ਸ਼ਾਇਦ ਉਹਦੇ ਨਾਲ ਇਹ ਵਿਤਕਰਾ ਕੀਤਾ ਗਿਆ। ਹਾਲਾਂਕਿ ਬਾਅਦ ਦੇ ਵਿੱਚ TD ਬੈਂਕ ਇਸ ਗੱਲ ਦੀ ਮੁਆਫੀ ਵੀ ਮੰਗ ਰਹੀ ਆ ਕਿ ਅਸੀਂ ਗਲਤ ਕੀਤਾ। ਉਹ ਕਹਿੰਦਾ ਮੇਰੇ ਕੋਲੋਂ ਕਈ ਆਈਡੈਂਟੀਫਿਕੇਸ਼ਨਸ ਪੁੱਛੀਆਂ ਗਈਆਂ ਕਿ ਇੱਕ ID, ਦੂਜੀ ID, ਫਿਰ ਅਗਲੀ ID ਉਹ ਦੱਸਿਆ ਜਾਣ। ਬਾਰ-ਬਾਰ ਉਹ ਕਹਿੰਦੇ ਜਦੋਂ ਟੈਲਰ ਦੇ ਉੱਤੇ ਉਹ ਔਰਤ ਖੜੀ ਸੀ, ਉਹ ਮੈਨੇਜਰ ਨਾਲ ਗੱਲ ਕਰਨ ਗਈ ਤੇ ਆਖਰਕਾਰ ਉਹਨੇ ਰਿਫਿਊਜ਼ਲ ਲੈਟਰ ਮੇਰੇ ਹੱਥ ਦੇ ਵਿੱਚ ਫੜਾ ਦਿੱਤੀ ਕਿ ਤੁਹਾਨੂੰ ਅਸੀਂ ਰਿਫਿਊਜ਼ ਕਰਦੇ ਹਾਂ। ਤੇ ਉਹ ਵਿਅਕਤੀ ਇਹ ਦੱਸ ਰਿਹਾ ਕਿ ਜਿੰਨਾ ਜ਼ਿਆਦਾ ਧੱਕਾ ਉਹਨੂੰ ਉਸ ਵੇਲੇ ਲੱਗਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਤੋਂ ਬਾਅਦ ਉਹ ਆਪਣੇ ਘਰ ਦੇ ਵਿੱਚ ਚਲੇ ਗਿਆ। 2-3 ਘੰਟੇ ਬਾਅਦ ਪੁਲਿਸ ਉਹਦੇ ਘਰ ਪਹੁੰਚ ਗਈ ਤੇ ਉਹਨੂੰ ਦੱਸਦੀ ਆ ਕਿ ਸਾਡੇ ਕੋਲੇ ਸ਼ਿਕਾਇਤ ਆਈ ਆ, ਬੈਂਕ ਨੇ ਸ਼ਿਕਾਇਤ ਕੀਤੀ ਆ ਕਿ ਤੇਰੇ ਕੋਲੇ ਫਾਲਸ IDs ਆ, ਤੂੰ ਗਲਤ IDs ਲੈ ਕੇ। ਜਦੋਂ ਉਹਦੀਆਂ IDs ਚੈੱਕ ਕੀਤੀਆਂ, ਸਾਰਾ ਕੁਝ ਦੇਖਿਆ ਗਿਆ ਤਾਂ ਉਹਦੇ ਬਾਅਦ ਪੁਲਿਸ ਚਲੇ ਗਈ। ਉਸ ਤੋਂ ਬਾਅਦ ਇਸ ਵਿਅਕਤੀ ਨੇ ਫੈਸਲਾ ਕੀਤਾ ਕਿ ਮੈਨੂੰ ਗੱਲਬਾਤ ਕਰਨੀ ਚਾਹੀਦੀ ਆ, ਮੈਨੂੰ ਹਿਊਮਨ ਰਾਈਟਸ ਦੇ ਉੱਤੇ ਕੰਪਲੇਂਟ ਫਾਈਲ ਕਰਨੀ ਚਾਹੀਦੀ ਆ ਤੇ ਉਹੀ ਉਸ ਵਿਅਕਤੀ ਨੇ ਕੀਤਾ। ਤਾਂ ਉਹ ਕਹਿੰਦਾ ਮੈਂ ਬਹੁਤੀ ਕੋਈ ਇੰਟਰਨਲ ਇਨਵੈਸਟੀਗੇਸ਼ਨ ਨਹੀਂ ਚਾਹੁੰਦਾ, ਮੈਂ ਘੱਟੋ ਘੱਟ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਦੇ ਸਮੇਂ ਵਿੱਚ ਵੀ ਇੱਥੇ ਫਸਟ ਨੇਸ਼ਨ ਦੇ ਲੋਕਾਂ ਨਾਲ ਜਾਂ ਉਹਨਾਂ ਦੇ ਨਾਂ ਕਰਕੇ ਜਾਂ ਉਹਨਾਂ ਦੇ ਕੌਮ ਕਰਕੇ ਉਹਨਾਂ ਨਾਲ ਵਿਤਕਰਾ ਕੈਨੇਡਾ ਦੇ ਵਿੱਚ ਅੱਜ ਦੇ ਸਮੇਂ ਵੀ ਹੋ ਰਿਹਾ। ਤੇ ਗਾਂ ਉਹ ਕਹਿੰਦੇ ਅਸੀਂ ਇਹ ਆਸ ਕਰਦੇ ਹਾਂ ਕਿ ਸਾਡੇ ਨਿਆਣਿਆਂ ਨਾਲ ਇਹ ਕੁਛ ਨਾ ਹੋਵੇ। ਹੁਣ ਇਹਦੇ ਤੋਂ ਬਾਅਦ ਜਿਹੜੀ ਸਟੇਟਮੈਂਟ ਉਹਨਾਂ ਦੀ ਆਈ ਆ ਕਿ ਉਹ ਕਹਿੰਦੇ TD ਬੈਂਕ ਦੀ ਕਿ ਅਸੀਂ ਇਹਦੇ 'ਤੇ ਦੁੱਖ ਪ੍ਰਗਟ ਕਰਦੇ ਹਾਂ ਕਿ ਉਹਨੂੰ ਇਹਦੇ ਨਾਲ ਜਿਹੜਾ ਧੱਕਾ ਲੱਗਿਆ ਇਸ ਤਰ੍ਹਾਂ ਦੇ ਬਿਹੇਵੀਅਰ ਦੇ ਨਾਲ, ਤੇ ਅਸੀਂ ਇਹਦੀ ਬਹੁਤ ਅੰਦਰੋਂ ਛਾਣਬੀਣ ਕਰ ਰਹੇ ਹਾਂ ਕਿ ਅਸਲ ਦੇ ਵਿੱਚ ਗੱਲਬਾਤ ਕੀ ਹੈ। ਅਸਲ ਦੇ ਵਿੱਚ ਸਿਸਟੈਮਿਕ ਰੇਸਿਜ਼ਮ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਇਹਦੀਆਂ ਜੜ੍ਹਾਂ ਇਸ ਸੁਸਾਇਟੀ ਦੇ ਵਿੱਚੋਂ ਪੱਟਣੀਆਂ ਇੰਨੀਆਂ ਸੌਖੀਆਂ ਨਹੀਂ ਲੱਗਦੀਆਂ। ਜਿਹੜਾ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਆ, ਉਹਦਾ ਪ੍ਰੋਸੈਸ ਆ ਜਿਹੜਾ, ਔਰ ਇਹਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਵਾਪਰੀ ਇਹਨਾਂ ਦੇ ਨਾਲ, ਇਹ ਦੂਜਾ ਮੈਂਬਰ ਆ ਹੋਲਿਸਟਿਕ ਫਸਟ ਨੇਸ਼ਨ ਦਾ, ਮਤਲਬ ਉਸੇ ਕਮਿਊਨਿਟੀ ਦਾ ਦੂਜਾ ਮੈਂਬਰ ਆ। ਔਰ ਕੈਨੇਡੀਅਨ ਬੈਂਕਾਂ ਦੇ ਨਾਲ ਹੀ ਇਹਨਾਂ ਦਾ ਵਾਹ ਪਿਆ ਤੇ ਜਿਨ੍ਹਾਂ ਨੇ ਇਹਨਾਂ ਨੂੰ ਰਿਫਿਊਜ਼ ਕੀਤਾ। 2019 ਦੇ ਵਿੱਚ 20 ਦਸੰਬਰ ਨੂੰ ਮੈਕਸਵੈਲ ਜੌਨਸਨ ਤੇ ਉਹਦੇ ਨਾਲ ਉਹਦੀ 12 ਸਾਲਾਂ ਦੀ ਗ੍ਰੈਂਡ ਡਾਟਰ ਸੀ, ਉਹਨਾਂ ਦੋਵਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਵੈਨਕੂਵਰ ਦੇ ਵਿੱਚ ਇੱਕ ਬੈਂਕ ਦੀ ਬ੍ਰਾਂਚ ਦੇ ਵਿੱਚ, ਜਦੋਂ ਉਹ ਬੈਂਕ ਅਕਾਊਂਟ ਖੋਲ੍ਹਣ ਦੇ ਲਈ ਉੱਥੇ ਆਇਆ ਸੀ। ਉਹਦੇ ਤੋਂ ਬਾਅਦ ਕੰਪਲੇਂਟ ਫਾਈਲ ਕੀਤੀ ਸੀ ਉਹਨੇ BC ਹਿਊਮਨ ਰਾਈਟਸ ਟ੍ਰਿਬਿਊਨਲ ਦੇ ਵਿੱਚ 2020 ਦੇ ਵਿੱਚ, ਤੇ ਸਿੱਧਾ ਉਹਨੇ ਇਲਜ਼ਾਮ ਲਾਇਆ ਸੀ ਕਿ ਮੇਰੇ ਨਾਲ ਰੇਸ ਬੇਸਡ ਡਿਸਕ੍ਰਿਮੀਨੇਸ਼ਨ ਕੀਤੀ ਗਈ ਹੈ, ਮੈਨੂੰ ਰੇਸ਼ੀਅਲੀ ਪ੍ਰੋਫਾਈਲ ਕੀਤਾ ਗਿਆ ਤੇ ਉਹਨੂੰ ਜਿਹੜੀਆਂ ਹੱਥਕੜੀਆਂ ਲਾਈਆਂ ਗਈਆਂ ਸੀ। ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਦੇ ਸਮੇਂ ਵਿੱਚ ਹੋਣੀਆਂ, ਉਹ ਵੀ ਕੈਨੇਡਾ ਵਰਗੇ ਮੁਲਕ ਵਿੱਚ, ਕਿ ਕਿਸੇ ਵਿਅਕਤੀ ਦੇ ਨਾਂ ਤੋਂ, ਉਹਦੀ ਕੌਮ ਤੋਂ ਉਹਨੂੰ ਸਰਵਿਸਿਜ਼ ਦੇਣ ਤੋਂ ਇਨਕਾਰ ਕਰ ਦੇਣਾ ਸੱਚਮੁੱਚ ਬਹੁਤ ਮੰਦਭਾਗੀਆਂ ਘਟਨਾਵਾਂ ਨੇ। ਇਹਨਾਂ ਦੀ ਨਿੰਦਾ ਹੋਣੀ ਚਾਹੀਦੀ ਆ। ਤੇ ਹੁਣ ਜਿਹੜਾ ਫੈਸਲਾ ਆ ਉਹ ਕੈਨੇਡੀਅਨ ਹਿਊਮਨ ਰਾਈਟਸ ਕਮਿਸ਼ਨ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੇ ਉੱਤੇ ਕਰੇਗਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।